ज्यों कर सूरज निकलिया तारे छापो अंधेर पलोवा। सिंह बुकै मृकावली भन्नी जाए ना तीर तरोआ। गुरमुख कल विच प्रगट होआ। सुनी पुकार दातार प्रभ गुरु नानक जग माहे पठाया। ज्ञान ध्यान किश कर्म न जाना सार न जाना तेरी। सब ते वड्डा सतगुर नानक जिन कल राखी मेरी। परम सम्मानयोग जुगो जुगा टल तखत चबर छतर दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर पंज प्याले पंज पीर छठम पीर बैठा गुरभारी। अर्जन काया पलट कै मूरत हर गोबिंद सवारी। श्री गुरु हरगोबिंद साहिब महाराज जी की पावन अस्थान गुरुद्वारा पंज तीर्थ साहिब विखे जगत गुरु नानक धन श्री गुरु नानक देव महाराज पातशाह जी दे प्रकाश गुरपुरब नूं समर्पित हो करके आप संगत रात्रि दे सजे हुए दीवानां दे विच हाज़रियां भर रहे हो। सत्कारयोग हजूरी रागी जत्था पाई जतिंदरपाल सिंह जी आप जी नूं गुरबानी कीर्तन सरवण करा के सतगुरु महाराज जी दा पावन जो शब्द है उनके नाल जोड़ना कीता है। धन गुरु नानक देव महाराज जी का असी 553वां प्रकाश गुरपुरब मना रहे हाँ। सब तो पहलों आप सारिया ही संगतां नूं बहुत बहुत वधाइयां सतगुरु महाराज जी के प्रकाश पुरब दियां। गुरु नानक देव सच्चे पातशाह महाराज कृपा करन कि केवल असी प्रकाश पुरब मनाउण तक सीमित ना रहिए। इस बख्शो धन गुरु नानक देव सच्चे पातशाह महाराज विच वर्तन गुरमत विचारां दी सांझ कर सकीए। अदब प्यार सत्कार सहित गुरु गोबिंद सिंह महाराज जी की बख्शिश आसीस के नाल सांझ करिए जी। महाराज जी का हुक्म भी है आगे आवत सिंह जो पावे। वाहिगुरु जी की फतेह बुलावे फतेह प्रवान करो जी। वाहिगुरु जी का खालसा वाहिगुरु जी की फतेह। गुरु नानक देव सच्चे पातशाह महाराज जी का संसार विच आउणा क्यों होया। ये इतिहासकार इस गल नूं बड़ी बखूबी दे नाल लिखना करते ने। गुरु नानक देव महाराज इस नूं अपनी बाणी दे विच दसदे ने। भाई गुरदास साहब जी इस दा कारण जिहड़ा है अपनियां वारां दे विच वर्णन करते ने। इस हिंदुस्तान की धरती का इतिहास कहता है कि सब तो पहलों इत्थे आर्यन लोग आए जिन्हों ने इस भारत की धरती के उत्ते आके पक्के तौर पर घर बना लिया कब्जा कर लिया। उस तो बाद विच जिहड़े सन अफगान तो अफगानी आए दुरानी आए
ਬਹੁਤ ਸਾਰੇ ਐਸੇ ਹਮਲਾਵਰ ਆਏ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਲੁੱਟਣਾ ਸ਼ੁਰੂ ਕੀਤਾ। ਹਿੰਦੁਸਤਾਨ ਦੀ ਧਰਤੀ ਦੇ ਉੱਤੇ ਸਭ ਤੋਂ ਪਹਿਲੋਂ ਜੇਕਰ ਮੁਗਲ ਸਾਮਰਾਜ ਨੇ ਕਬਜ਼ਾ ਕੀਤਾ ਉਹ ਲੋਧੀ ਖਾਨਦਾਨ ਸੀ। ਇੱਕ ਵਿਦਵਾਨ ਇਤਿਹਾਸਕਾਰ ਇਹ ਗੱਲ ਲਿਖਦਾ ਹੈ ਕਿ ਸਿਕੰਦਰ ਲੋਧੀ ਆਪਣੀ ਬਾਇਓਗ੍ਰਾਫੀ ਦੇ ਵਿੱਚ, ਆਪਣੀ ਜੀਵਨੀ ਦੇ ਵਿੱਚ, ਕਿਉਂਕਿ ਬਹੁਤ ਸਾਰੇ ਐਸੇ ਰਾਜੇ ਸਨ ਜਿਹੜੇ ਆਪਣੀਆਂ ਜੀਵਨੀਆਂ ਲਿਖਦੇ ਹੁੰਦੇ ਸੀ। ਜਿਵੇਂ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੀ ਜਦੋਂ ਗੱਲ ਕਰਦੇ ਹਾਂ ਤੇ ਸਭ ਤੋਂ ਮੁੱਖ ਕਾਰਨ ਜਿਹੜਾ ਹੈ, ਸਹਾਇਕ ਕਾਰਨ ਬਹੁਤ ਸਾਰੇ ਸੀ। ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਨ ਵਾਸਤੇ ਸਹਾਇਕ ਕਾਰਨ ਬਹੁਤ ਸਾਰੇ ਸੀ, ਪਰ ਜਿਹੜਾ ਮੁੱਖ ਕਾਰਨ ਸੀ ਉਹ ਜਹਾਂਗੀਰ ਕਹਿੰਦਾ ਹੈ ਕਿ ਮੇਰੀ ਆਪਣੀ ਈਰਖਾ ਸੀ ਗੁਰੂ ਘਰ ਦੇ ਨਾਲ। ਉਹ ਚਾਹੁੰਦਾ ਸੀ ਕਿ ਇਹ 4-5 ਪੀੜ੍ਹੀਆਂ ਤੋਂ ਜਿਹੜੀ ਝੂਠ ਦੀ ਦੁਕਾਨ ਚੱਲੀ ਆਉਂਦੀ, ਗੁਰੂ ਨਾਨਕ ਦੇ ਘਰ ਨੂੰ ਉਹ ਝੂਠ ਦੀ ਦੁਕਾਨ ਆਖਦਾ ਹੈ ਤੇ ਉਹਦੀ ਆਪਣੀ ਜੀਵਨੀ ਹੈ ਤੁਜ਼ਕੇ ਜਹਾਂਗੀਰੀ। ਉਹਦੇ ਵਿੱਚ ਕਹਿੰਦਾ ਹੈ ਕਿ ਇਹ ਦੁਕਾਨੇ ਬਾਤਲ ਬੰਦ ਹੋਣੀ ਚਾਹੀਦੀ ਹੈ। ਬਾਇਓਗ੍ਰਾਫੀ ਉਹਨੇ ਆਪਣੀ ਲਿਖੀ। ਜਹਾਂਗੀਰ ਵੀ ਆਪਣੀ ਬਾਇਓਗ੍ਰਾਫੀ ਲਿਖਦਾ ਹੈ। ਔਰੰਗਜ਼ੇਬ ਵੀ ਆਪਣੀ ਬਾਇਓਗ੍ਰਾਫੀ, ਆਪਣਾ ਜੀਵਨ ਲਿਖਦਾ ਹੈ ਕਿ ਮੈਂ ਕੀ ਕੁਝ ਸੋਚਦਾ ਸੀ, ਕੀ ਕੁਝ ਕਰਨਾ ਚਾਹੁੰਦਾ ਸੀ। ਇਸੇ ਤਰ੍ਹਾਂ ਸਿਕੰਦਰ ਲੋਧੀ ਜਿਹੜਾ ਹੈ ਉਹ ਆਪਣੀ ਜੀਵਨੀ ਲਿਖਦਿਆਂ ਹੋਇਆਂ ਕਹਿੰਦਾ ਹੈ ਮੈਂ ਆਪਣੇ ਜੀਵਨ ਦੇ ਵਿੱਚ ਕਰੀਬਨ 4,60,000 ਲੋਕਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ। ਹਿੰਦੂਆਂ ਨੂੰ ਮੁਸਲਮਾਨ ਬਣਾਉਣ ਵਿੱਚ, ਉਹਨਾਂ ਨੂੰ ਧਰਮ ਤਬਦੀਲ ਕਰਨ ਵਿੱਚ ਮਜਬੂਰ ਕਰਕੇ ਤਕਰੀਬਨ 4,60,000 ਹਿੰਦੂਆਂ ਨੂੰ ਮੁਸਲਮਾਨ ਧਰਮ ਵਿੱਚ ਲੈ ਕੇ ਆਇਆ। ਇਹ ਤਾਂ ਉਹ ਗਿਣਤੀ ਸੀ ਜਿਹੜੇ ਮੰਨ ਗਏ, ਜਿਨ੍ਹਾਂ ਨੇ ਇਸਲਾਮ ਨੂੰ ਕਬੂਲ ਕੀਤਾ। 2,32,000 ਉਹ ਸਨ ਜਿਨ੍ਹਾਂ ਨੇ ਕਬੂਲ ਨਹੀਂ ਕੀਤਾ, ਮੈਂ ਉਹਨਾਂ ਨੂੰ ਕਤਲ ਕਰ ਦਿੱਤਾ। 2,32,000। ਉਹ ਕਹਿੰਦਾ ਹੈ ਕਿ ਮੈਂ ਹਿੰਦੂ ਮੰਦਰਾਂ ਦੀਆਂ ਮੂਰਤੀਆਂ ਨੂੰ ਢਾਇਆ, ਖਾਸ ਕਰਕੇ ਜਿਹੜੇ ਇਤਿਹਾਸਿਕ ਹਿੰਦੂ ਮੰਦਰ ਸੀ ਉਹਨਾਂ ਦੀਆਂ ਮੂਰਤੀਆਂ ਨੂੰ ਢਾਇਆ, ਮੰਦਰ ਢਾਏ, ਮੂਰਤੀਆਂ ਤੋੜੀਆਂ ਤੇ ਉਹਨਾਂ ਮੂਰਤੀਆਂ ਦੇ ਜਿਹੜੇ ਹਿੱਸੇ ਸਨ ਨਾ, ਉਸ ਮੂਰਤੀ ਦਾ ਸਿਰ ਸੀ, ਹੱਥ ਸੀ, ਪੈਰ ਸੀ, ਉਸ ਮੂਰਤੀ ਦਾ ਜਿਹੜਾ ਸਰੀਰ ਸੀ, ਉਹਨੂੰ ਮੈਂ ਉਹਨਾਂ ਲੋਕਾਂ ਨੂੰ ਦਿੱਤਾ ਜਿਹੜਾ ਮੀਟ ਦਾ ਕੰਮ ਕਰਦੇ ਸੀ, ਜਿਹੜਾ ਝਟਕਈ ਦਾ ਕੰਮ ਕਰਦੇ ਸੀ, ਕਿ ਵੱਟਿਆਂ ਦੀ ਥਾਂ ਤੇ ਤੁਸੀਂ ਇਹਨਾਂ ਮੂਰਤੀਆਂ ਨਾਲ ਮਾਸ ਤੋਲ ਕੇ ਲੋਕਾਂ ਨੂੰ ਦਿਓ। ਉਹ ਇੱਥੋਂ ਤੱਕ ਲਿਖਦਾ ਹੈ ਕਿ ਜਿਹੜੇ ਰਸਤੇ ਇਸਲਾਮਿਕ ਅਸਥਾਨਾਂ ਨੂੰ ਜਾਂਦੇ ਸੀ, ਮਸੀਤਾਂ ਨੂੰ ਆਉਂਦੇ ਸੀ, ਮੈਂ ਉਹਨਾਂ ਦੀਆਂ ਪੌੜੀਆਂ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਵਾ ਦਿੱਤੀਆਂ। ਲੋਕ ਇਹਨਾਂ ਦੇ ਉੱਤੋਂ ਦੀ ਲੰਘ ਕੇ ਆਪਣੀ ਨਮਾਜ਼ ਅਦਾ ਕਰਨ ਵਾਸਤੇ ਆਉਣ। ਹਿੰਦੁਸਤਾਨ ਦੀ ਧਰਤੀ ਦੇ ਉੱਤੇ ਬਹੁਤ ਕਤਲੋ ਗਾਰਤ ਹੋਇਆ, ਇੱਥੋਂ ਤੱਕ ਕਿ ਇੱਕ ਇਸਲਾਮ ਦੇ ਵਿੱਚ ਵੀ ਜ਼ਮੀਨੀ ਹਕੀਕਤ ਸੀ ਕਿ ਜਿਹੜੇ ਲੋਕ ਯਹੂਦੀਆਂ ਤੋਂ ਇਸਲਾਮ ਨੂੰ ਕਬੂਲ ਕਰਕੇ ਆ ਗਏ, ਪਰ ਉਹਨਾਂ ਨੂੰ ਨੀਵੇਂ ਬਹੁਤ ਸਮਝਿਆ ਜਾਂਦਾ ਸੀ। ਉਸੇ ਤਰ੍ਹਾਂ ਹਿੰਦੂਆਂ ਦੇ ਵਾਸਤੇ ਵੀ ਉਹਨਾਂ ਨੇ ਥੋੜੀ ਜੀ ਨਰਮੀ ਦਿਖਾਈ, ਪਰ ਉਸ ਨਰਮੀ ਦਾ ਕੁਝ ਸ਼ਰਤਾਂ ਰੱਖ ਦਿੱਤੀਆਂ ਕਿ ਨਾ ਤੇ ਤੁਸੀਂ ਅਰਬੀ ਘੋੜੇ ਤੇ ਸਵਾਰੀ ਕਰ ਸਕਦੇ ਹੋ, ਨਾ ਤੁਸੀਂ ਹੱਥ ਵਿੱਚ ਤਲਵਾਰ ਰੱਖ ਸਕਦੇ ਹੋ, ਨਾ ਤੁਸੀਂ ਸੀਸ ਦੇ ਉੱਪਰ ਪੱਗ ਬੰਨ੍ਹ ਸਕਦੇ ਹੋ, ਨਾ ਤੁਸੀਂ ਆਪਣਾ ਘਰ ਉਹਨਾਂ ਥਾਵਾਂ ਤੇ ਬਣਾ ਸਕਦੇ ਹੋ ਜਿੱਥੇ ਅਮੀਰ ਲੋਕ ਜਾਂ ਵੱਡੀ ਕੁੱਲ ਵਾਲੇ ਮੁਸਲਮਾਨ ਰਹਿੰਦੇ ਨੇ। ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜੇ ਤੁਹਾਡੇ ਘਰ ਦੇ ਵਿੱਚ ਬਿਨਾਂ ਬੁਲਾਏ ਮੁਸਲਮਾਨ ਆ ਕੇ ਰਹਿਣਾ ਚਾਹਵੇ, ਤੁਸੀਂ ਉਹਨੂੰ 3 ਦਿਨ ਤੱਕ ਰੱਖਣਾ ਵੀ ਹੈ। ਜੇਕਰ ਉਹ ਥੁੱਕਣ ਵਾਸਤੇ ਕਵੇ ਕਿ ਮੈਂ ਥੁੱਕਣਾ ਚਾਹੁੰਦਾ ਹੈ, ਤੇ ਤੁਸੀਂ ਆਪਣਾ ਮੂੰਹ ਖੋਲ ਕੇ ਰੱਖੋਗੇ, ਆਪਣੇ ਮੂੰਹ ਦੇ ਵਿੱਚ ਉਹਦੀ ਥੁੱਕ ਵੀ ਪਾਉਣ ਨੂੰ ਤੁਹਾਨੂੰ ਤਿਆਰ ਹੋਣਾ ਪਵੇਗਾ। ਉਹ ਜਿਸ ਤਰ੍ਹਾਂ ਦਾ ਬੋਲੇਗਾ, ਜੋ ਉਹ ਖਾਣਾ ਚਾਹੇਗਾ, ਜੋ ਉਹ ਕਹਿਣਾ ਚਾਹੇਗਾ, ਤੁਹਾਨੂੰ ਸਭ ਕੁਝ ਸਵੀਕਾਰ ਕਰਨਾ ਪਵੇਗਾ। ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਅਸਲ ਦੇ ਵਿੱਚ ਇਸ ਧਰਤੀ ਦੇ ਉੱਪਰ ਨਾ ਦੁਸ਼ਟਾਂ ਦਾ ਭਾਰ ਹੈ।
ਜੇਕਰ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛ ਕੇ ਵੇਖੋ ਤੇ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ ਅਕਿਰਤ ਕਨ ਬੰਦੇ ਜਿਹੜੇ ਨੇ ਉਹ ਧਰਤੀ ਨੂੰ ਭਾਰੇ ਲੱਗਦੇ ਨੇ। ਭਾਰੇ ਹੀ ਭੂਈ ਅਕਿਰਤ ਕਨ ਮੰਦੀ ਹੂੰ ਮੰਦੇ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪੁਕਾਰ ਜਿਹੜੀ ਸੀ, ਉੱਥੋਂ ਤੱਕ ਮਹਾਰਾਜ ਜੀ ਦੇ ਆਉਣ ਤੋਂ ਪਹਿਲੋਂ ਰੱਬ ਦੇ ਦਰ ਤੱਕ ਜਿਹੜੀ ਪੁਕਾਰ ਧਰਤੀ ਕਰਦੀ ਪਈ ਹੈ, ਸੁਣੀ ਪੁਕਾਰ ਦਾਤਾਰ ਪ੍ਰਭ, ਉਸ ਦੀ ਪੁਕਾਰ ਜਿਹੜੀ ਸੀ ਉਹ ਕੱਲੇ ਇਹ ਧਰਤੀ ਦੇ ਉੱਤੇ ਵਧੇ ਹੋਏ ਪਾਪ ਨਹੀਂ ਸਨ। ਹੁਣ ਦੇਖੋ ਬਾਣੀ ਤੁਸੀਂ ਪੜ੍ਹਦੇ ਹੋ, ਬਾਣੀ ਦੇ ਵਿੱਚ ਮਹਾਰਾਜ ਬਚਨ ਲਿਖਦੇ ਨੇ ਕਿ ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕਬੀਰ ਸਾਹਿਬ ਜੀ ਦਾ ਸ਼ਬਦ ਹੈ ਜੀ। ਹੁਣ ਕਬੀਰ ਸਾਹਿਬ ਵਰਗੇ ਜਿਹੜੇ ਸੰਤ ਸੀ, ਜਿਨ੍ਹਾਂ ਦਾ ਕੰਮ ਸੀ ਕਿ ਖੱਡੀਆਂ ਦੇ ਉੱਤੇ ਕੱਪੜਾ ਬੁਣ ਲੈਣਾ, ਜਿਨ੍ਹਾਂ ਦਾ ਕੰਮ ਸੀ ਕਿ ਕੱਪੜੇ ਨੂੰ ਰੰਗ ਕੇ ਗੁਜ਼ਾਰਾ ਕਰ ਲੈਣਾ, ਜਿਨ੍ਹਾਂ ਦਾ ਕੰਮ ਸੀ ਕਿ ਚਮੜੇ ਦੇ ਮਰੇ ਹੋਏ ਪਸ਼ੂਆਂ ਦਾ ਚਮੜਾ ਲਾਉਣਾ ਤੇ ਉਹਦੀਆਂ ਜੁੱਤੀਆਂ ਬਣਾ ਕੇ ਲੋਕਾਂ ਦੇ ਪੈਰਾਂ ਵਿੱਚ ਪਾਉਣੀਆਂ ਤਾਂ ਕਿ ਗਰਮੀ ਤੋਂ ਬਚ ਸਕੋ, ਸਰਦੀ ਤੋਂ ਬਚ ਸਕੋ, ਠੇਡਾ ਲੱਗਣ ਤੋਂ ਬਚ ਸਕੋ, ਕੋਈ ਕੰਡੇ ਤੋਂ ਬਚ ਸਕੋਗੇ, ਉਹਨਾਂ ਲੋਕਾਂ ਨੂੰ ਜੰਜੀਰਾਂ ਦੇ ਨਾਲ ਬੰਨਿਆ ਜਾਂਦਾ ਹੈ। ਕਬੀਰ ਸਾਹਿਬ ਆਪਣਾ ਜ਼ਿਕਰ ਕਰਦੇ ਨੇ, ਉਹਨਾਂ ਨੂੰ ਜੰਜੀਰਾਂ ਨਾਲ ਬੰਨ ਕੇ ਗੰਗਾ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਅਪਰਾਧ ਕੀ ਹੈ ਕਿ ਭਗਤੀ ਕਰਦੇ ਨੇ। ਉਹਨਾਂ ਨੂੰ ਇੱਕ ਗਠੜੀ ਦੇ ਵਾਂਗ, ਇੱਕ ਪੰਡ ਦੇ ਵਾਂਗ ਹੱਥ ਤੇ ਪੈਰ ਨੂੜ ਕੇ ਬੰਨ ਦਿੱਤੇ ਜਾਂਦੇ ਆ ਤੇ ਹਾਥੀ ਦੇ ਅੱਗੇ ਸੁੱਟ ਦਿੱਤਾ ਜਾਂਦਾ ਹੈ। ਤੇ ਹਾਥੀ ਦੇ ਮੁਹਾਵਤ ਨੂੰ ਕਿਹਾ ਜਾਂਦਾ ਕਿ ਹਾਥੀ ਨੂੰ ਤੋਰੋ, ਇਹ ਹਾਥੀ ਦੇ ਪੈਰਾਂ ਥੱਲੇ ਇਸ ਨੂੰ ਕੁਚਲ ਕੇ ਕਬੀਰ ਸਾਹਿਬ ਵਰਗਿਆਂ ਨੂੰ ਖਤਮ ਕਰ ਦਿਓ। ਕਿਆ ਅਪਰਾਧ ਸੰਤ ਹੈ ਕੀਨਾ। ਜੇਕਰ ਮੰਦਰ ਦੇ ਵਿੱਚ ਰੱਬ ਦਾ ਗੁਣਗਾਨ ਕੀਤਾ ਜਾਂਦਾ ਹੈ, ਪਰਮਾਤਮਾ ਦੇ ਗੀਤ ਗਾਏ ਜਾਂਦੇ ਨੇ, ਇੱਕ ਉਹ ਪਿਛਲੇ ਪਾਸੇ ਆ ਕੇ ਖੜਤਾਲਾਂ ਲੈ ਕੇ ਬੈਠ ਜਾਂਦਾ ਹੈ, ਉਹ ਵੀ ਨਾਲ ਗੋਬਿੰਦ ਦੇ ਗੀਤ ਗਾਉਣੇ ਸ਼ੁਰੂ ਕਰ ਦਿੰਦਾ ਹੈ। ਉਹਦੀਆਂ ਖੜਤਾਲਾਂ ਖੋਹ ਲਈਆਂ ਜਾਂਦੀਆਂ ਨੇ, ਉਹਨੂੰ ਧੱਕੇ ਮਾਰ ਕੇ ਮੰਦਰਾਂ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਤੇ ਉਹਦੀ ਪੁਕਾਰ ਸੀ ਕਿ ਹੇ ਖੁਦਾ, ਹੇ ਵਾਹਿਗੁਰੂ, ਹੇ ਰੱਬ, ਤੂੰ ਕਿਉਂ ਕਿਰਪਾ ਨਹੀਂ ਕਰਦਾ। ਸਾਡੇ ਵਰਗੇ ਜਿਹੜੇ ਇਸ ਘਰ ਨੂੰ ਰੱਬ ਦਾ ਘਰ ਸਮਝ ਕੇ ਆਏ ਸੀ, ਕਿ ਇਹਨਾਂ ਦੇ ਵਿੱਚ ਸਾਡੇ ਵਰਗੇ ਭਗਤਾਂ ਨੂੰ ਕੋਈ ਥਾਂ ਨਹੀਂ ਮਿਲੇਗੀ। ਇਹ ਵੀ ਇੱਕ ਪੁਕਾਰ ਸੀ। ਅਸੀਂ ਕੇਵਲ ਸਮਝਦੇ ਹਾਂ ਕਿ ਪੁਕਾਰ ਜਿਹੜੀ ਸੀ ਉਹ ਬੇਬੇ ਨਾਨਕੀ ਦੀ ਸੀ। ਸੱਚਮੁੱਚ ਬੇਬੇ ਨਾਨਕੀ ਦੀ ਵੀ ਪੁਕਾਰ ਹੈ। ਉਹ ਵੀ ਚਾਹੁੰਦੀ ਆ ਕਿ ਮੇਰੇ ਘਰ ਦੇ ਵਿੱਚ ਵੀਰ ਹੋਵੇ, ਲੋਕਾਂ ਦੇ ਭਰਾਵਾਂ ਵਾਂਗੂ ਮੈਂ ਵੀ ਆਪਣੇ ਭਰਾ ਨੂੰ ਗੋਦੀ ਵਿੱਚ ਚੁੱਕਾਂ ਤੇ ਉਹਨੂੰ ਖਿਡਾ ਸਕਾਂ। ਸਤਿਕਾਰਯੋਗ, ਕਿਉਂਕਿ ਸਤਿਗੁਰ ਮਹਾਰਾਜ ਬਾਣੀ ਵਿੱਚ ਆਖਦੇ ਨੇ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ। ਸਤਿਗੁਰ ਮਹਾਰਾਜ ਕਹਿੰਦੇ ਉਹ ਜਨਨੀ ਧੰਨ ਹੈ। ਮਾਤਾ ਤ੍ਰਿਪਤਾ ਜੀ ਧੰਨ ਨੇ, ਜਿਨ੍ਹਾਂ ਦੀ ਕੁੱਖ ਤੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਉਹ ਮਾਂ ਦੀ ਵੀ ਪੁਕਾਰ ਹੈ ਪਰਮਾਤਮਾ ਦੇ ਅੱਗੇ ਕਿ ਮੇਰੇ ਘਰ ਦੇ ਵਿੱਚ ਵਾਹਿਗੁਰੂ ਪਰਮਾਤਮਾ ਤੂੰ ਧੀ ਦਿੱਤੀ, ਇੱਕ ਪੁੱਤ ਵੀ ਦੇ। ਬਾਬਾ ਸਤਿਗੁਰੂ ਮਹਾਰਾਜ ਜੀ ਦੇ ਪਿਤਾ ਸਤਿਕਾਰਯੋਗ ਮਹਿਤਾ ਕਾਲੂ ਜੀ, ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੀ ਵੀ ਰੱਬ ਦੇ ਦਰ ਦੇ ਉੱਤੇ ਪੁਕਾਰ ਜ਼ਰੂਰ ਹੈ ਕਿ ਸਾਡੇ ਘਰ ਦੇ ਵਿੱਚ ਪੁੱਤਰ ਹੋਵੇ ਤੇ ਸਾਡੀ ਅੰਸ਼ ਬੰਸ ਜਿਹੜੀ ਹੈ ਉਹ ਵੱਧ ਸਕੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਇਸ ਧਰਤੀ ਦੇ ਹਾਲਾਤ ਇਵੇਂ ਦੇ ਸੀ ਜੋ ਇਤਿਹਾਸਕਾਰ ਲਿਖਦੇ ਨੇ। ਦੂਸਰੇ ਪਾਸੇ ਭਾਈ ਗੁਰਦਾਸ ਸਾਹਿਬ ਜੀ ਤੋਂ ਪੁੱਛ ਕੇ ਦੇਖੋ। ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ, ਕਹਿਣ ਲੱਗੇ ਕਿ ਹਰ ਪਾਸੇ ਜਿਹੜਾ ਸੀ ਉਹ ਝੂਠ ਸੀ, ਹਰ ਪਾਸੇ ਜਿਹੜਾ ਸੀ ਉਹ ਕੂੜ ਵਰਤਦਾ ਪਿਆ ਸੀ। ਸੱਚ ਦਾ ਜਿਹੜਾ ਚੰਦਰਮਾ ਉਹ ਕਿਤੇ ਹੁਣ ਚੜਿਆ ਦਿਖਾਈ ਨਹੀਂ ਸੀ ਦਿੰਦਾ ਪਿਆ। ਭਾਈ ਗੁਰਦਾਸ ਸਾਹਿਬ ਜੀ ਉਹ ਆਖਦੇ ਨੇ, ਕਹਿਣ ਲੱਗੇ ਕਿ ਕੂੜ ਅਮਾਵਸ, ਸੱਚ ਚੰਦਰਮਾ, ਦਿਸੇ ਨਾਹੀ ਕਹਿ ਚੜਿਆ। ਉਹ ਕਹਿੰਦੇ ਨੇ ਦੇਖੋ ਹਰ ਪਾਸੇ ਜਿਵੇਂ ਮੱਸਿਆ ਦੀ ਰਾਤ ਨੂੰ ਹਨੇਰਾ ਹੁੰਦਾ ਏ, ਇਵੇਂ ਹਰ ਪਾਸੇ ਝੂਠ ਦਾ ਹਨੇਰਾ ਪਸਰਿਆ ਹੋਇਆ ਸੀ। ਹਰ ਪਾਸੇ ਵਹਿਮਾਂ ਤੇ ਭਰਮਾਂ ਦਾ ਹਨੇਰਾ ਜਿਹੜਾ ਸੀ ਉਹ ਪਸਰ ਚੁੱਕਿਆ ਸੀ। ਤੇ ਕਹਿੰਦੇ ਨੇ ਸੱਚ ਚੰਦਰਮਾ, ਸੱਚ ਦਾ ਚੰਦਰਮਾ ਜਿਹੜਾ ਹੈ ਉਹ ਕਿਤੇ ਵੀ ਚੜਿਆ ਹੋਇਆ ਦਿਖਾਈ ਨਹੀਂ ਦਿੰਦਾ ਪਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਸਮੇਂ ਦੇ ਹਾਲਾਤਾਂ ਦਾ ਬਿਆਨ ਕਰਦਿਆਂ ਮਹਾਰਾਜ ਆਖਦੇ ਨੇ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ
जुगत न जाने अंध तीने उजाड़े का बंद। हुण गुरु नानक देव सच्चे पातशाह महाराज आखते ने कह लगे कि देखो तीन आगू सन जिन्हां ने धर्म नूं जिहड़ा सी वो सेध देनी सी, लोकां नूं सही रस्ते दे उत्ते तोरना सी, जिन्हां दे विच इस्लाम जिहड़ी उस वेले शासक सन, जिहड़ी उस वेले काबज धिर है, राजनीतिक तौर दे उत्ते उन्हां दा कब्जा है। ते सतगुरु गुरु नानक देव महाराज कहंदे ने कादी कूड़ बोल मल खाए। काजी जिहड़ा है वो धार्मिक आगू है इस्लाम दा, ते इस्लाम दा धार्मिक आगू होण दे नाते उनका फर्ज बनदा सी कि धर्म जो आखदा है उस नूं सच दे तरीके दे नाल लोकां दे विच प्रसारिया ते प्रचारिया जाए। पर जिहड़ा काजी है उनका जीवन इतना क डिग चुका है कि वह रिश्वत लै करके लोकां दे झूठे फैसले करदा पिया है। कादी कूड़ बोल मल खाए। हुण दूसरा धड़ा जिहड़ा सी वो वैदिक धर्म सी, दूसरा धर्म जिहड़ा सी वो सनातन सी। सतगुरु गुरु नानक देव सच्चे पातशाह महाराज कहंदे ने ब्राह्मण नहावे जियां घाए। जियां घाए तो भाव है कि देखो गरीब आदमी मेहनत करता है, वो दिहाड़ी करके चार पैसे घरे लैके आउंदा है, पर उनके घर दे विच कोई खुशी आ जाए, कोई गम आ जाए, किसी का जन्म हो जाए, किसी की मौत हो जाए, उनके वास्ते ब्राह्मण कहता है कि भाई तेरा आ कारज तां होएगा जेकर तू इन्नी भेटा मैनू दवेगा, इन्ना दान ते पुण्य करेगा। जेकर तू दान पुण्य नहीं करेगा तो तेरे वड्डे वडेरे जिहड़े ने उन्हां नूं नरकां दी अग विच सड़ना पवेगा। गुरु नानक देव महाराज आखदे पए ने कादी कूड़ बोल मल खाए, ब्राह्मण नहावे जियां घाए। ब्राह्मण नेड़े ने वो भी अपनी पदवी का जिहड़ा सी वो दुरुपयोग करते पे ने, वो भी गलत तरीके नाल गलत ढंग दे नाल वो लोकां दे नजायज मजबूरियां दा फायदा उठाउंदे पे ने। ते सतगुरु महाराज गुरु नानक देव सच्चे पातशाह कहंदे ने एक तीसरा धड़ा सी, एक काजी हो गए, दूसरे ब्राह्मण हो गए, तीसरे वो सन जिन्हां ने समाज तो अपना किनारा कर चुके सन। उन्हां नूं कहंदे सी जोगी ते सिद्ध लोग। गुरु नानक देव महाराज कहंदे ने जोगी दा अर्थ हुंदा है जिन्नू जुड़ना आ गया, जिन्नू रब दे नाल सांझ पाउणी आ गई, उन्नू कहंदे ने वो जोगी है। गुरु नानक देव महाराज कहंदे ने पर जोगी जिहड़े सन वो केवल रिद्धियां सिद्धियां तक सीमित हो चुके सन। जोगी जिहड़े सन वो इस चीज तक सीमित हो चुके सी कि उमर नूं लम्मा किवें करना है, लोकां तो मत्थे किवें टकाउने ने, लोकां तो भेटा पैसा अन्न पदार्थ किवें लैना है। सतगुरु गुरु नानक देव महाराज कहंदे ने जोगी कोल तां जुगत होनी चाहिदी सी कि रब दे नाल सत दे मार्ग ते तुरना किवें है, रब नाल सांझ किवें बनाई दी है। सतगुरु गुरु नानक देव महाराज पातशाह कहंदे पर जोगी जुगत ना जाने अंध तीने उजाड़े का बंद। हुण इन्हां तिन्हां ने समाज नूं सेध देनी सी, इन्हां तिन्हां ने समाज दे विच सुधार करने सी, इन्हां तिन्हां ने समाज नूं एक चंगी दिशा देनी सी। पर महाराज कहंदे तीने उजाड़े का बंद, ये तिन्ने समाज नूं उजाड़न दे उत्ते लग पए। जां इस तरह कह लो कि वाड़ इस करके करीदी आ खेत नूं कि खेत बन जाए, खेत बच जाए, फसल बच जाए। पर सतगुरु महाराज कहंदे फिर वो वाड़ ही कादी जिहड़ी खेत नूं ही खा जावे। गुरु नानक देव महाराज कहंदे आ हालात सी, इत्थों तक हालात सी कि जेकर कोई हरद्वार चले जांदा उन्होंने कहा जाता कि तू इत्थे इन्नियां वारी डुबकी मारेगा, इन्ने इशनान करेगा, चंदन का तिलक लाएगा, इत्थे इन्ना दान पुण्य करेगा तो तेरी मुक्ति हो जाएगी। कई ऐसे स्थान से जिथे उन्होंने कहा जाता सी कि आरा लग्या है, इहदे नाल अपना शरीर कटवा दोगे तो सीधा तुसी सचखंड चले जाओगे, स्वर्गां नूं चले जाओगे। एक बोर्ड का दरख्त सी काशी दे अंदर, कहा जाता सी कि उनके उत्तों चढ़ के छाल मार दो तुसी सीधा ही स्वर्गां नूं चले जाओगे। कईयां ने पैसा देना, दान करना, थले पंडित ने खलोतिया मंत्र पढ़ के कहना हुण तू छाल मार दे, जे तां मर गया तो कहना स्वर्गां नूं चले गया, जेकर बच गया हड्डियां पसलियां टुट गईयां तो घरदियां नूं कहना इहनूं लैके जाओ, इहदी सेवा अजे करो, इहदे कर्म अजे माड़े बाकी सी।
सतगुरु गुरु नानक देव महाराज कहते ने हालात इत्थों तक हो चुके सी कि सच दा चंद्रमा जिहड़ा सी वो किते चढ़िया नहीं सी दिसदा, हर पासे पखंड ही दिखाई दिंदा है। ते भाई गुरदास साहब जी कहते ने सतगुरु नानक प्रगटिया। हुण शब्द जिहड़ा है वो प्रगट वरतिया गया। प्रगट दे अर्थ हुंदे ने कि कोई चीज पहलों है वो प्रगट हो गई, मौजूद सी पहलों तो वो दिसनी शुरू हो गई। प्रगट शब्द जिवें असीं गुरु नानक देव महाराज वास्ते वरतदे आ, भाई गुरदास साहब जी ने वरतिया, इसे तरह प्रगट शब्द जिहड़ा है वो गुरु गोबिंद सिंह दे प्रकाश वेले भी वरतिया जाता है। वाह प्रगटियो मर्द अगंबड़ा वरियाम अकेला। जिदन सतगुरु गुरु गोबिंद सिंह महाराज सच्चे पातशाह ने खालसे नूं प्रगट किया, खालसा साधिया है, उस दिन भी कहा जाता है खालसा प्रगटियो परमात्म की मौज। ते जिदन धन गुरु गोबिंद सिंह सच्चे पातशाह महाराज गुरु ग्रंथ साहिब जी नूं गुरता गद्दी देंदे ने ते उदन भी बचन कहे जांदे ने, आग्या भई अकाल की तबे चलायो पंथ, सब सिखन को हुक्म है गुरु मान्यो ग्रंथ, गुरु ग्रंथ जी मान्यो प्रगट गुरां की देह है। उत्थे भी शब्द नूं कहा गया कि शब्द प्रगट है। प्रगट दे अर्थ ने कि जो चीज मौजूद है वो होंद विच आ जानी, वो सामने आ जानी। और यह भी सच है कि जिहड़ी प्रगट हुंदी है उनका नाश कदी नहीं हुंदा, जो जमदा है वो मरदा जरूर है। और यह भी गल नूं हमेशा याद रखियो कि संसारी जन्मेगा ते संसारी मरेगा भी जरूर, पर सतगुरु महाराज कहते जन्म मरण दोहू मैं नाही, जन परोपकारी आए जी दान दी भगती लाइन हर स्यों लैन मिलाए। महाराज कहते कुछ ऐसे भी संसार ते आउंदे वो जूना विच नहीं आउंदे, वो ते इस करके आउंदे ने कि किसी नूं परमात्मा दे मार्ग दे उत्ते तोर सकीए। गुरु नानक देव सच्चे पातशाह महाराज नूं अक्सर पुछदे सी लोग कि तुहाडा धर्म की है। गुरु नानक देव महाराज कहंदे सी कि सारियां नूं नाल लैके चलना ते सारियां दे नाल चलना। वो कहंदे सी तुसीं संसार विच आए क्यों? गुरु नानक देव महाराज कहंदे ने कि संसार विच आउण दा कारण यह आ कि कुछ लोग धर्म दे रस्ते दे उत्ते तुरे जरूर, पर थोड़ा जिहा तुर के ते रस्ते नूं ही मंजिल समझ के बैठ गए। रस्ते नूं समझ लिया कि शायद यही मंजिल सी। भगत कबीर साहब जी दे बचन ने, भगत कबीर साहब कहंदे ने चाले थे हर मिलन को बीचे अटकियो चीत। जदों कोई रब दे रस्ते दे उत्ते तुरदा है, हकीकत यह है कि रब दे मिलन तो पहलों कुछ सिद्धियां करामातां, कुछ मान प्रतिष्ठा, लोकां वल्लों मान सत्कार मिलना शुरू हो जाता है। ते जदों लोग इकट्ठे होके मत्थे टेकने शुरू कर दे ते बंदा सोचदा नहीं यही सारा कुछ, इस तो अगे जाण दी लोड़ कोई नहीं। गुरु नानक देव महाराज कहंदे मैं उन्हां नूं तोरन वास्ते आया जिहड़े राह नूं ही मंजिल समझ के बैठ गए ने। गुरु नानक देव महाराज कहंदे जिहड़े चिक्कड़ दे विच खुब चुके ने, मैं उन्हां नूं चिक्कड़ दे विचों कढ के मार्ग ते तोरन वास्ते आया। बहुत सारे सी ऐसे जिहड़े विकारां दी दलदल दे विच डिगे होए सी, भूमीए चोर वर्गे, नूर शाह जादूगरनी वर्गे, सज्जन ठग वर्गे, नरंगे नूरी वर्गे, वली कंधारी वर्गे, कितने सतगुरु गुरु नानक देव महाराज जी दे प्रथायक विद्वान आखदा है कि तारे गिने जात हैं तेरे तारे ना गिनात हैं। कि असमान दे विच किन्ने तारे ने असीं कवांगे जी सानू नहीं पता, पर वो विद्वान कहंदा इस तरह ते हो सकदा है कि कोई असमान दे तारियां दी गिनती कर लवे, पर इस तरह कदी नहीं हो सकदा कि गुरु नानक दे शब्द ने किन्नियां नूं तारिया उन्हां दी गिनती हो सके। गुरु नानक देव सच्चे पातशाह महाराज कहंदे मैं डिग्गियां नूं उठाउण वास्ते आया, मैं रुकियां नूं तोड़न वास्ते आया, मैं जिहड़े चिक्कड़ दे विच खुब चुके ने उन्हां नूं उस चिक्कड़ चों बाहर कढ के रब दे रस्ते ते तोड़न वास्ते आया। भाई गुरदास साहब जी आखते ने कि सतगुरु नानक प्रगटिया। बहुत शब्द अज पढ़िया गया क्योंकि गुरु नानक देव महाराज प्रथम गुरु ने। गुरु नानक देव महाराज जी दे चरनां दे विचों सिੱਖੀ दा जिहड़ा है वो बूटा पुंगरिया है। गुरु नानक देव महाराज सच्चे पातशाह जी ने भाई गुरदास साहब कहंदे ने कि मारिया सिक्का जगत विच नानक निर्मल पंथ चलाया। गुरु नानक देव महाराज जी ने निर्मल पंथ दी सिੱਖੀ दी स्थापना की ते सिख जिथे भी वसदा है उत्थे गुरु नानक दा प्रकाश पुरब मना रहे हैं।
और ये शब्द खास करके पढ़िया जाता है कि सतगुरु नानक प्रगटिया मिट्टी धुंध जग चानन हुआ। हुण धुंध बाहरली मिटाउण वास्ते नहीं, खास करके देखो कत्ते च असीं प्रकाश पुरब मनाउंदे पए आ ते कत्तक दे विच धुंध किते नहीं पैंदी। धुंध की तुलना जिहड़ी है वो हनेरे नाल कीती जांदी आ। हनेरा रात दा इन्ना खतरनाक नहीं हुंदा क्योंकि थोड़ी लाइट जगाओ तो वो खत्म हो जाता है, पर जिहड़ा चिट्टा हनेरा धुंध दे रूप दे विच जिहड़ा दिन दे विच शुरू हो जाता है, जिन्नी देर तक सूरज चंगी तरह तपेगा नहीं उन्नी देर तक वो धुंध जिहड़ी है वो चिट्टा हनेरा दूर नहीं होवेगा। भाई गुरदास साहब उदाहरण की दिती, ज्यों कर सूरज निकलिया तारे छप अंधेर पलोवा। कहते ने जिवें सूरज निकल आउंदा है ना, हुण सवेरे सूरज निकलेगा तो असमान वाल नूं झाती मार के देखीए असमान दे उत्ते तारे नहीं दिसते। इहदे पिछे भाई गुरदास साहब जी आखते ने कि गुरु नानक देव महाराज जी तो पहला, सतगुरु महाराज जी के आगमन तो पहला इत्थे बहुत सारे दंभी ते पखंडी लोग जिहड़े सन अपने आप नूं गुरु बना के बैठे हुए सन, तारियां दे वांगू टिमटमाउंदे पए सी। भाई गुरदास साहब जी ये भी आखते ने कि थम्मे कोई ना साध बिना साध न दिसे जग विच कोवा, कि साध तो बगैर धरती थम्मी नहीं जा सकती ते साध जिहड़ा सी वो जगत विच दिसदा कोई नहीं सी पिया। भाई गुरदास साहब जी ये भी आखते ने कि बाबा देखे ध्यान तर जलती सब पृथ्वी दिस आई, बाजों गुरु गुबार है करदी सुनी लुकाई। हुण लुकाई धरती हाहाकार करदी पई, हाय हाय करदी पई आ कि कोई तां होवे जिहड़ा मैनूं बचा लवे। ते ये धरती जिहड़ी है परमात्मा दे दर दे उत्ते पुकार करदी है ते परमात्मा अगों आवाज दे के कहंदा मैं भेजे ते बहुत सी इत्थे, बहुत मैं भेजे जिन्हां ने आ करके इत्थे जिस कारज वास्ते भेजे सी वो कारज नूं भुल के ते अपना नाम जपाउणा शुरू कर दिता। अकाल पुरख धरती नूं ये गल आखदा है, कह लगे हुण किसे नूं भेजिया गल नहीं बानी, हुण मैनूं एक साकार रूप धारण करके इस धरती दे उत्ते समृद्ध मंडल ते आउणा पैना है। जदों सतगुरु महाराज जी लिखते ने, कह लगे परमात्मा दे दर दे उत्ते इह धरती दी पुकार पहुंची। परमात्मा ने धरती नूं धीरज दे के आख्या कि मैं साकार रूप लै करके आवांगा। ते बाणी दे विच सतगुरु महाराज जी शब्द पढ़दे आ, आप नारायण कला धार जग मह परवरियो। कला सारियां नूं धारण करके आप नारायण परमात्मा जिहड़ा है वो सरगुण स्वरूप जिहड़ा है हो करके संसार दे विच आया। दूसरा पक्ष है सतगुरु गुरु गोबिंद सिंह सच्चे पातशाह महाराज कहंदे ने, तिन बेदियन की कुल बिखे प्रगटे नानक राय। तरन ताਰਨ दे कोल एक पिंड है जी जिंदा नाम है पट्ठे विंड। तुसी किते जाओ, इवें बेनतियां तां थोड़ियां थोड़ियां जरूर करनियां ने क्योंकि जदों असीं सतगुरु महाराज जी दे दिन मनाउने आ ना, खास करके सानूं कुछ इतिहासक स्थानां दी जानकारी मिले। दूसरी ये है कि जदों साडे कोल समा होवे असीं उन्हां अस्थानां ते जाइए ते उन्हां दे दर्शन कर सकीए। तरन ताਰਨ तो जदों हरीके नूं जाओ ते नशहरे पन्नुआं दे लागे वो नगर पैंदा है जिंदा नाम है पट्ठे विंड। उस पट्ठे विंड नगर दे विच एक बेदी परिवार दे रहिंदे ने जिन्हां दा नाम है राम नारायण। राम नारायण दे पुत्तर ने शिव नारायण। शिव राम दी घरवाली दा नाम है बनारसी देवी। नाम दोबारा इस करके मैं दस देना क्योंकि सानू थोड़ा जा पता होवे कि पिछोकड़ कित्थों शुरू होया। तरन ताਰਨ दे कोल पिंड है जी पट्ठे विंड। पट्ठे विंड दे विच शिव नारायण दे पुत्तर दा नाम है जी राम नारायण। उनदी घरवाली दा नाम है जी बनारसी देवी। इन्हां दे घर दे विच दो पुत्रां दा जन्म हुंदा है। एक दा नाम रखिया जी मेहता कालू। वैसे जिहड़ा मेहता है ये औदा है, नाम केवल कल्याण दास जां कालू जी कहा जाता है। कालू जी ते लालू जी ये दो पुत्र ने। मेहता कालू दा परिवार जिहड़ा है शिव नारायण जिहड़े ने ये सारा परिवार जिहड़ा सी ये तरनताਰਨ अज जिहड़ा जिला तरनताਰਨ है इत्थों उठ के जिहड़ा सी वो रायभोए दी तलवंडी जांदे ने। दूसरा जिहड़ा रायभोए दी तलवंडी है इन्हां दा पिछोकड़ भी इधर जुड़दा है।
ਪੱਠੇ ਵਿੰਡ ਦੇ ਕੋਲ ਇੱਕ ਪਿੰਡ ਪੈਂਦਾ ਹੈ, ਨਗਰ ਹੈ ਜੀ, ਜਿੰਦਾ ਨਾਮ ਹੈ ਜੀ ਜਾਮਾ ਰਾਏ। ਜਾਮਾ ਰਾਏ ਦਾ ਪੁੱਤਰ ਹੈ ਰਾਏ ਭੋਏ। ਰਾਏ ਭੋਏ ਦਾ ਅੱਗੇ ਪੁੱਤਰ ਹੈ ਰਾਏ ਬੁਲਾਰ। ਇਹ ਭੱਟੀ ਖਾਨਦਾਨ ਇਹ ਹਿੰਦੂ ਰਾਜਪੂਤਾਂ ਵਿੱਚੋਂ ਹੋਏ ਨੇ। ਤੇ ਹਿੰਦੂ ਰਾਜਪੂਤ ਜਦੋਂ ਕਨਵਰਟ ਹੋ ਕੇ ਮੁਸਲਮਾਨਾਂ ਵਿੱਚ ਗਏ ਤੇ ਇਹਨਾਂ ਨੂੰ ਬਹੁਤ ਸਾਰੀਆਂ ਜ਼ਗੀਰਾਂ ਮਿਲੀਆਂ। ਜਿਹੜੀ ਬਹੁਤ ਸਾਰੀ ਜ਼ਗੀਰ ਮਿਲੀ ਉਹ ਉਹਨਾਂ ਨੇ ਆਪਣੇ ਨਾਂ ਦੇ ਉੱਤੇ ਉਸ ਨਗਰ ਨੂੰ ਵਸਾਉਣਾ ਕੀਤਾ, ਜਿਹਨੂੰ ਕਹਿੰਦੇ ਸੀ ਰਾਏ ਭੋਏ ਦੀ ਤਲਵੰਡੀ। ਇਹ ਰਾਏ ਭੋਏ ਜਿਹੜਾ ਹੈ ਇਹ ਰਾਏ ਬੁਲਾਰ ਦੇ ਪਿਤਾ ਦਾ ਨਾਮ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਮਹਿਤਾ ਕਾਲੂ ਜੀ, ਬਾਬਾ ਲਾਲੂ ਜੀ, ਉਹ ਵੀ ਆਪਣੇ ਪਰਿਵਾਰ ਦੇ ਨਾਲ ਇੱਥੇ ਰਾਏ ਭੋਏ ਦੀ ਤਲਵੰਡੀ ਵਿੱਚ ਰਹਿਣ ਵਾਸਤੇ ਗਏ। ਪੜ੍ਹੇ ਲਿਖੇ ਸਨ, ਸਿਆਣੇ ਬਹੁਤ ਸਨ। ਇਹਨਾਂ ਨੂੰ ਪਟਵਾਰੀ ਦਾ ਕੰਮ ਦੇ ਦਿੱਤਾ ਗਿਆ ਕਿ ਇਹ ਸਾਰਾ ਇਲਾਕਾ ਜਿਹੜਾ ਰਾਏ ਭੋਏ ਦੀ ਤਲਵੰਡੀ ਦਾ ਇਲਾਕਾ ਹੈ, ਇਹ ਸਾਰਾ ਇਹਦਾ ਪਟਵਾਰੀ ਦਾ ਕੰਮਕਾਜ ਜਿਹੜਾ ਹੈ ਇਹ ਮਹਿਤਾ ਕਾਲੂ ਜੀ ਇਹ ਤੁਸੀਂ ਸੰਭੋਗੇ। ਤੇ ਮਹਿਤਾ ਜਿਹੜਾ ਸੀ ਇੱਕ ਅਹੁਦਾ ਦੇ ਦਿੱਤਾ ਗਿਆ, ਜਿਵੇਂ ਸਾਰੇ ਪਟਵਾਰੀ ਬਾਕੀ ਜਿਹੜੇ ਨੇ ਇਹਨਾਂ ਦੇ ਥੱਲੇ ਕੰਮ ਕਰਨਗੇ। ਮਹਿਤਾ ਕਾਲੂ ਜੀ ਦਾ ਵਿਆਹ ਲਾਹੌਰ ਦੇ ਕੋਲ ਇੱਕ ਪਿੰਡ ਹੈ ਜੀ, ਜਿੰਦਾ ਨਾਮ ਹੈ ਚਾਹਲ। ਮਾਤਾ ਤ੍ਰਿਪਤਾ ਜੀ ਉੱਥੋਂ ਦੇ ਰਹਿਣ ਵਾਲੇ ਸਨ। ਭਾਈ ਰਾਮਾ ਜੀ ਦੀ ਬੇਟੀ ਮਾਤਾ ਸਵਰਾਈ ਜੀ ਦੀ ਧੀ ਮਾਤਾ ਤ੍ਰਿਪਤਾ ਦੇ ਨਾਲ ਜਿਹੜਾ ਸੀ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਦਾ ਵਿਆਹ ਹੋਇਆ ਹੈ। ਵਿਆਹ ਤੋਂ ਬਾਅਦ ਸਨ 1465 ਦੇ ਵਿੱਚ 64 ਦੇ ਵਿੱਚ ਬੇਬੇ ਨਾਨਕੀ ਦਾ ਜਨਮ ਹੁੰਦਾ ਹੈ। ਸਨ 1464 ਦੇ ਵਿੱਚ ਬੇਬੇ ਨਾਨਕੀ ਦਾ ਨਾਨਕੇ ਘਰ ਦੇ ਵਿੱਚ ਜਨਮ ਹੋਇਆ। ਨਾਨਕੇ ਘਰ ਦੇ ਵਿੱਚ ਜਨਮ ਹੋਣ ਕਰਕੇ ਜਿਹੜਾ ਸੀ ਉਹਨਾਂ ਦਾ ਨਾਮ ਨਾਨਕੀ ਰੱਖਿਆ ਗਿਆ। 5 ਸਾਲ ਬਾਅਦ ਜਿਹੜਾ ਅੱਜ ਅਸੀਂ ਦਿਹਾੜਾ ਮਨਾਉਂਦੇ ਪਏ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਹੈ। ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਕਹਿੰਦੀ ਆ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸਤਿਗੁਰੂ ਮਹਾਰਾਜ ਪਾਵਨ ਬਾਣੀ ਵਿੱਚ ਆਖਦੇ ਨੇ, ਕਹਿਣ ਲੱਗੇ ਕਿ ਜਿਨ੍ਹਾਂ ਨੇ ਜਾ ਕਰਕੇ ਪ੍ਰਮਾਤਮਾ ਵਾਹਿਗੁਰੂ ਗੁਰੂ ਦੇ ਦਰਸ਼ਨ ਕੀਤੇ ਉਹ ਜੰਤ ਵੀ ਜਿਹੜੇ ਨੇ ਉਹ ਧੰਨ ਨੇ। ਸਤਿਗੁਰੂ ਮਹਾਰਾਜ ਬਾਣੀ ਵਿੱਚ ਆਖਦੇ ਨੇ, ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਹਨੂੰ ਗੁਰੂ ਜਨਿਆ ਮਾਏ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿਣ ਲੱਗੇ ਕਿ ਪ੍ਰਮਾਤਮਾ ਨੇ ਜਦੋਂ ਸਾਕਾਰ ਰੂਪ ਧਾਰਨ ਕਰਕੇ ਮਾਤਾ ਤ੍ਰਿਪਤਾ ਦੀ ਕੁੱਖ ਦੇ ਵਿੱਚ ਨਿਵਾਸ ਕੀਤਾ, ਉਸ ਵੇਲੇ ਕਹਿੰਦੇ ਸੀ ਰਾਏ ਭੋਏ ਦੀ ਜਿਹੜੀ ਤਲਵੰਡੀ ਹੈ, ਜਿਹੜੀ ਰਾਵੀ ਤੇ ਚਨਾਬ ਦਰਿਆ ਦੇ ਵਿਚਕਾਰਲਾ ਇਲਾਕਾ ਏ, ਔਰ ਇਹ ਇਲਾਕਾ ਇੰਨਾ ਜ਼ਰਖੇਜ਼ ਸੀ, ਇੰਨਾ ਉਪਜਾਊ ਸੀ ਕਿ ਇੱਥੇ ਹਰ ਪਾਸੇ ਫੁੱਲਾਂ ਦੇ ਬਾਗ ਤੇ ਜਿਹੜੇ ਸੀ ਬਹੁਤ ਸਾਰੇ ਫੁੱਲ ਬੂਟੇ ਇਤਿਆਦਿਕ ਇੱਥੇ ਹੋਣੇ। ਇੱਥੋਂ ਤੱਕ ਕਿ ਇੱਥੋਂ ਦੇ ਲੋਕ ਜਿਹੜੇ ਸਨ ਉਹ ਬਹੁਤ ਜ਼ਿਆਦਾ ਖੁਸ਼ਹਾਲ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਕਹਿੰਦੇ ਨੇ ਇਵੇਂ ਬਾਰਿਸ਼ ਹੋਣੀ, ਇਵੇਂ ਮੀਂਹ ਪੈਣਾ ਜਿਵੇਂ ਇਹ ਨਨਕਾਣਾ ਸਾਹਿਬ ਦੀਆਂ ਇਹ ਰਾਏ ਭੋਏ ਦੀਆਂ ਗਲੀਆਂ ਨੂੰ ਧੋ ਕੇ ਰੱਖ ਦੇਣਾ। ਤੇ ਧਰਤੀ ਜਿਹੜੀ ਸੀ ਜਦੋਂ ਮੀਂਹ ਪੈ ਕੇ ਹਟਣਾ ਤੇ ਧਰਤੀ ਦੇ ਵਿੱਚੋਂ ਵੀ ਸੁਗੰਧੀ ਆਉਣੀ। ਧੰਨ ਗੁਰੂ ਨਾਨਕ ਦੇਵ ਜਗਤ ਦੇ ਮਾਲਕ ਜਿਸ ਵੇਲੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਦੇ ਵਿੱਚ ਨਿਵਾਸ ਕਰਦੇ ਨੇ ਤੇ ਮਾਤਾ ਤ੍ਰਿਪਤਾ ਜੀ ਇੰਨੇ ਭਾਗਾਂ ਵਾਲੇ ਸਨ ਕਿ ਉਹਨਾਂ ਨੇ ਆਪਣੇ ਜਿੰਨੇ ਗਹਿਣੇ ਸਰੀਰ ਦੇ ਉੱਤੇ ਪਾ ਕੇ ਰੱਖੇ ਸਨ ਸਾਰੇ ਉਤਾਰ ਦਿੱਤੇ। ਪਰ ਗਹਿਣੇ ਉਤਾਰਨ ਤੋਂ ਬਾਅਦ ਵਿੱਚ ਵੀ ਉਹਨਾਂ ਦੇ ਜਿਹੜਾ ਸੁਹੱਪਨ ਸੀ ਉਹਨੂੰ 4 ਚੰਨ ਲੱਗੇ ਰਹਿਣੇ। ਮਾਤਾ ਜੀ ਨੇ ਜਿੱਥੇ ਜਾ ਕੇ ਬੈਠਣਾ ਇਵੇਂ ਮਹਿਸੂਸ ਹੋਣਾ, ਇਵੇਂ ਪ੍ਰਤੀਤ ਹੋਣਾ ਜਿਵੇਂ ਉੱਥੇ ਕਿਸੇ ਨੇ ਸੁਗੰਧੀ ਖਿਲਾਰੀ ਹੋਈ ਹੈ। ਮਾਤਾ ਜੀ ਨੇ ਜਦੋਂ ਬੈਠਣਾ ਤੇ ਇਵੇਂ ਝਲਕਾਰਾ ਪੈਣਾ ਕਿ ਉਹਨਾਂ ਦੇ ਚਿਹਰੇ ਦੇ ਉੱਤੇ ਕੋਈ ਪ੍ਰਕਾਸ਼ ਜਿਹੜਾ ਹੈ ਉਹ ਅਨੁਭਵ ਹੁੰਦਾ ਪਿਆ ਹੈ। ਮਾਤਾ ਤ੍ਰਿਪਤਾ ਜੀ ਉਹਨਾਂ ਦੀ ਕੁੱਖ ਵਿੱਚ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਿਵਾਸ ਹੈ। ਤੇ ਦੂਸਰੇ ਪਾਸੇ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਆਏ। ਉਥੋਂ ਦੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੂੰ ਅਸੀਂ ਦਾਈ ਦੌਲਤਾਂ ਆਖਦੇ ਹਾਂ, ਦਾਈ ਦੌਲਤਾਂ ਨੇ ਉਹਨੇ ਜਦੋਂ ਮਹਿਤਾ ਕਾਲੂ ਜੀ ਨੂੰ ਮਿਲਣਾ ਤੇ ਮਹਿਤਾ ਕਾਲੂ ਜੀ ਨੂੰ ਬੜੇ ਅਦਬ ਦੇ ਨਾਲ ਬੁਲਾਉਣਾ, ਬੁਲਾ ਕਰਕੇ ਇੱਕ ਬੇਨਤੀ ਹਰ ਵਾਰ ਕਰਨੀ, ਕਹਿਣਾ ਕਿ ਮੇਰਾ ਨਾਮ ਨਾ ਦੌਲਤਾਂ ਮੇਰੀ ਮਾਂ ਨੇ ਰੱਖ ਦਿੱਤਾ
ਤੇ ਜਦੋਂ ਮੈਂ ਆਪਣੇ ਨਾਮ ਦੇ ਬਾਰੇ ਸੋਚਦੀ ਆ ਨਾ, ਮੈਨੂੰ ਖੁਦ ਦੇ ਨਾਲ ਗਿਲਾ ਜਿਹਾ ਹੁੰਦਾ ਏ। ਮੈਨੂੰ ਆਪਣੀ ਮਾਂ ਦੇ ਨਾਲ ਵੀ ਗਿਲਾ ਹੁੰਦਾ ਏ ਕਿ ਮੈਂ ਦੌਲਤ ਕਦੀ ਦੇਖੀ ਨਹੀਂ, ਨਾਮ ਮੇਰਾ ਦੌਲਤਾਂ ਰੱਖ ਦਿੱਤਾ। ਮੈਂ ਜਦੋਂ ਵੀ ਲੋਕਾਂ ਦੇ ਘਰ ਦੇ ਵਿੱਚ ਖੁਸ਼ੀਆਂ ਵੰਡ ਕੇ ਆਉਣੀ ਆ, ਅਕਸਰ ਕਹਿੰਦੀ ਮੇਰੇ ਇਹਨਾਂ ਹੱਥਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਬੱਚੇ ਜਨਮ ਲੈਂਦੇ ਨੇ, ਦਾਈ ਦਾ ਕੰਮ ਕਰਨਾ ਤੇ ਬੱਚਿਆਂ ਨੇ ਜਨਮ ਲੈਣਾ, ਤੇ ਕਹਿਣਾ ਮੈਂ ਲੋਕਾਂ ਦੇ ਘਰ ਦੇ ਵਿੱਚ ਖੁਸ਼ੀਆਂ ਵੰਡ ਕੇ ਆਉਣੀ ਆ, ਤੇ ਜਦੋਂ ਘਰ ਦੇ ਵਿੱਚ ਬੱਚਾ ਹੋਣਾ ਤੇ ਮੈਂ ਸੋਚਣਾ ਕਿ ਅੱਜ ਮੈਨੂੰ ਕੁਝ ਧਨ ਦੌਲਤ ਮਿਲੇਗੀ, ਪਰ ਮੈਂ ਵੇਖਦੀ ਰਹਿ ਜਾਣਾ, ਮੈਨੂੰ ਮਿਲਣਾ ਕੁਝ ਨਾ। ਮੈਂ ਤਨ ਦੇ ਉੱਤੇ ਲੋਕਾਂ ਦੇ ਲੱਥੇ ਹੋਏ ਕੱਪੜੇ ਪਾ ਕੇ ਗੁਜ਼ਾਰਾ ਕਰਦੀ ਆ, ਮੈਨੂੰ ਖਾਣ ਵਾਸਤੇ ਵੀ ਬਹੁਤਾ ਅੰਨ ਪਦਾਰਥ ਨਹੀਂ ਮਿਲਦਾ। ਮੈਂ ਤਾਂ ਕਾਲੂ ਜੀ ਜਦੋਂ ਮੈਂ ਤੇਰੇ ਘਰ ਦੇ ਵਿੱਚ ਖੁਸ਼ੀ ਰੱਬ ਦਵੇ, ਕਿਉਂਕਿ ਪਤਾ ਸੀ ਕਿ ਘਰ ਦੇ ਵਿੱਚ ਬੱਚਾ ਜਨਮ ਲਵੇਗਾ, ਤੇ ਜਿਹੜੀ ਦਾਈ ਦੌਲਤਾਂ ਹੈ ਉਹਨੇ ਅਕਸਰ ਇਹ ਗੱਲ ਆਖਣੀ, ਮੈਂ ਤਾਂ ਕਾਲੂ ਜੀ ਜਿਸ ਦਿਨ ਤੇਰੇ ਘਰ ਦੇ ਵਿੱਚ ਖੁਸ਼ੀ ਆਵੇਗੀ, ਮੈਂ ਚਾਹੁੰਦੀ ਆ ਕਿ ਮੈਂ ਤੇਰੇ ਘਰ ਚੋਂ ਰੱਜ ਕੇ ਜਾਵਾਂ। ਤੇ ਮੈਂ ਤਾਂ ਕਾਲੂ ਜੀ ਨੇ ਵੀ ਅੱਗੋਂ ਹੱਸ ਕੇ ਆਖਣਾ, ਕਹਿ ਲੱਗਣਾ ਕਿ ਜਿਸ ਦਿਨ ਮੇਰੇ ਘਰ ਦੇ ਵਿੱਚ ਖੁਸ਼ੀ ਆਵੇਗੀ, ਤੂੰ ਲੈਂਦਿਆਂ ਦਾਤਾਂ ਥੱਕ ਜਾਵੇਂਗੀ ਤੇ ਮੈਂ ਦਿੰਦਿਆਂ ਹੋਇਆਂ ਨਹੀਂ ਥਕਾਂਗਾ। ਮੈਂ ਤੈਨੂੰ ਰਜਾ ਕਰਕੇ ਭੇਜਾਂਗਾ, ਤੇਰੇ ਮਨ ਦੇ ਵਿੱਚ ਕਦੀ ਗਿਲਾ ਨਹੀਂ ਰਵੇਗਾ ਕਿ ਮੈਂ ਦੌਲਤ ਨਹੀਂ ਦੇਖੀ, ਮੇਰਾ ਨਾਮ ਦੌਲਤਾਂ ਕਿਉਂ ਰੱਖ ਦਿੱਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕੱਤਕ ਦੀ ਪੂਰਨਮਾਸ਼ੀ ਹੈ। ਅੱਜ ਦਾ ਦਿਹਾੜਾ ਹੈ, ਸਨ 1469 ਹੈ। ਅੰਮ੍ਰਿਤ ਵੇਲਾ ਹੋਇਆ। ਮਹਿਤਾ ਕਾਲੂ ਜੀ ਨੂੰ ਖਬਰ ਮਿਲਦੀ ਆ, ਵਿਹੜੇ ਦੇ ਵਿੱਚ ਟਹਿਲਦੇ ਪਏ ਨੇ ਤੇ ਕਿਸੇ ਨੇ ਆ ਕੇ ਦੱਸਿਆ ਇੱਕ ਹੋਰ ਦਾਈ, ਉਹਦਾ ਨਾਮ ਹੈ ਜੀ ਤੁਲਸਾ। ਉਹ ਆ ਕੇ ਦੱਸਦੀ ਹੈ ਮਹਿਤਾ ਕਾਲੂ ਨੂੰ ਕਿ ਤੁਹਾਡੇ ਘਰ ਦੇ ਵਿੱਚ ਪੁੱਤਰ ਹੋਇਆ ਹੈ। ਤੇ ਮਹਿਤਾ ਕਾਲੂ ਜੀ ਜਦੋਂ ਸੁਣਿਆ ਕਿ ਘਰ ਦੇ ਵਿੱਚ ਪੁੱਤਰ ਹੋਇਆ, ਉਹਨੇ ਇੱਕ ਮੰਜਾ ਵਿਹੜੇ ਦੇ ਵਿੱਚ ਡਾਇਆ। ਉਸ ਮੰਜੇ ਦੇ ਉੱਤੇ ਇੱਕ ਪੈਸਿਆਂ ਦਾ ਥਾਲ ਭਰ ਕੇ ਰੱਖ ਲਿਆ, ਇੱਕ ਪਾਸੇ ਮੰਜੇ ਦੇ ਉੱਤੇ ਕੱਪੜੇ ਰੱਖ ਲਏ। ਨੌਕਰ ਨੂੰ ਕਿਹਾ ਕਿ ਅਨਾਜ ਦਾ ਢੇਰ ਲਾ ਕੇ ਰੱਖ ਦੇ, ਕਿ ਮੈਨੂੰ ਹਰ ਵਾਰੀ ਦੌਲਤਾਂ ਆਖਦੀ ਸੀ ਕਿ ਮੈਂ ਤੇਰੇ ਘਰ ਚੋਂ ਰੱਜ ਕੇ ਜਾਣਾ, ਉਹਨੂੰ ਅੱਜ ਰਜਾ ਕੇ ਇਸ ਘਰ ਦੇ ਵਿੱਚੋਂ ਤੋਰਨਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਅੰਮ੍ਰਿਤ ਵੇਲੇ ਹੋਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਛੋਹ ਇੰਨੀ ਪਿਆਰੀ ਸੀ ਕਿ ਦਾਈ ਦੌਲਤਾਂ ਉਹ ਭਾਗਾਂ ਵਾਲੀ ਸੀ ਜਿਹਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ, ਗੁਰੂ ਨਾਨਕ ਦੇਵ ਮਹਾਰਾਜ ਨੂੰ ਸਪਰਸ਼ ਕੀਤਾ, ਤੇ ਉਸ ਸਪਰਸ਼ ਨੇ ਸੱਚਮੁੱਚ ਜਿਵੇਂ ਉਹਨੂੰ ਐਸੀ ਦੌਲਤ ਦੇ ਨਾਲ ਨਿਵਾਜ ਦਿੱਤਾ ਜਿਸ ਦੌਲਤ ਵਾਸਤੇ ਰਿਸ਼ੀ ਮੁਨੀ ਸਾਰੀ ਜ਼ਿੰਦਗੀ ਤਰਸਦੇ ਨੇ। ਦਾਈ ਦੌਲਤਾਂ ਕਮਰੇ ਚੋਂ ਬਾਹਰ ਆਈ। ਮਹਿਤਾ ਕਾਲੂ ਨੂੰ ਪਤਾ ਸੀ ਕਿ ਪੁੱਤਰ ਹੋਇਆ ਹੈ। ਉਹਨੇ ਦਾਈ ਦੌਲਤਾਂ ਨੂੰ ਵੀ ਪੁੱਛਿਆ, ਦਾਈ ਦੌਲਤਾਂ ਬੱਚਾ? ਉਹਨੇ ਸਿਰ ਹਿਲਾ ਦਿੱਤਾ, ਪਰ ਅੱਖਾਂ ਜਿਹੜੀਆਂ ਸੀ ਉਹ ਜਲ ਦੇ ਨਾਲ ਭਰ ਆਈਆਂ। ਮਹਿਤਾ ਕਾਲੂ ਦੇ ਹੱਥ ਕੰਬੇ, ਦਿਲ ਡਰਿਆ ਕਿ ਪਤਾ ਨਹੀਂ ਬੱਚਾ ਠੀਕ ਤਾਂ ਹੋਵੇ, ਦੌਲਤਾਂ ਦੀ ਅੱਖ ਦੇ ਵਿੱਚ ਪਾਣੀ ਕਿਉਂ? ਉਹਨੇ ਆ ਕੇ ਪੁੱਛਿਆ ਕਿ ਬੱਚਾ ਠੀਕ ਆ? ਉਹਨੇ ਸਿਰ ਹਾਂ ਦੇ ਵਿੱਚ ਹਿਲਾ ਦਿੱਤਾ। ਉਹਨੇ ਕਿਹਾ ਕਿ ਬੱਚੇ ਦੀ ਮਾਤਾ ਤ੍ਰਿਪਤਾ ਜੀ ਉਹ ਠੀਕ ਨੇ? ਉਹਨੇ ਫਿਰ ਸਿਰ ਹਾਂ ਦੇ ਵਿੱਚ ਹਿਲਾਇਆ। ਦਾਈ ਦੌਲਤਾਂ ਤੇ ਮਹਿਤਾ ਕਾਲੂ ਆਖਦਾ, ਦੌਲਤਾਂ ਫਿਰ ਇਹ ਉਦਾਸੀ ਦਾ ਕਾਰਨ ਕੀ? ਇਹ ਨੇਤਰਾਂ 'ਚ ਜਲ ਕਿਉਂ? ਆ ਦੇਖ, ਅੱਜ ਮੈਂ ਤੇਰੀਆਂ ਝੋਲੀਆਂ ਭਰਨ ਵਾਸਤੇ ਆ ਦੌਲਤ ਦੇ ਢੇਰ ਲਾਏ। ਅੱਜ ਤੇਰੇ ਮਨ ਦੇ ਵਿੱਚ ਗਿਲਾ ਕੋਈ ਨਹੀਂ ਹੋਏਗਾ ਕਿ ਮੈਨੂੰ ਦੌਲਤ ਕਦੀ ਨਹੀਂ ਮਿਲੀ। ਦਾਈ ਦੌਲਤਾਂ ਉੱਥੇ ਉਹਨੇ ਕਹਿ ਦਿੱਤਾ, ਕਹਿਣ ਕਿ ਅੱਜ ਕੁਝ ਨਹੀਂ ਚਾਹੀਦਾ। ਉਹਨੇ ਕਿਹਾ ਕਿਉਂ? ਅਜੇ ਤਾਂ ਮੈਂ ਦਿੱਤਾ ਹੀ ਕੁਝ ਨਹੀਂ, ਤੂੰ ਪਹਿਲੋਂ ਹੀ ਨਾ ਕਰ ਦਿੱਤੀ। ਕਹਿਣ ਲੱਗੀ, ਸੱਚ ਕਰਕੇ ਜਾਣੀ ਮਹਿਤਾ ਕਾਲੂ, ਅੱਜ ਮੈਂ ਰੱਜ ਗਈ, ਅੱਜ ਮੈਨੂੰ ਰਜ਼ਾ ਦਿੱਤਾ। ਕਹਿੰਦੇ ਕਿੰਨੇ? ਕਹਿੰਦੇ ਤੇਰੇ ਪੁੱਤਰ ਨੇ ਮੈਨੂੰ ਰਜ਼ਾ ਕੇ ਅੱਜ ਤੋਰਿਆ ਹੈ। ਮਹਿਤਾ ਕਾਲੂ ਉਹ ਹੈਰਾਨ ਹੋ ਕੇ ਪੁੱਛਦੇ, ਕਹਿੰਦੇ ਅਜੇ ਤੇ ਉਹ ਕੁਝ ਘੜੀਆਂ ਕੁਝ ਪਲਾਂ ਦਾ, ਉਹਨੇ ਤੈਨੂੰ ਕੀ ਦੇ ਦਿੱਤਾ? ਕਹਿਣ ਲੱਗੀ, ਸੱਚ ਕਰਕੇ ਜਾਣੀ, ਉਹ ਇਵੇਂ ਮੈਨੂੰ ਮਿਲਿਆ ਜਿਵੇਂ ਕੋਈ ਸਿਆਣਾ ਬਜ਼ੁਰਗ ਮਿਲਦਾ ਹੈ। ਉਹ ਮੈਨੂੰ ਇਵੇਂ ਵੇਖ ਕੇ, ਕਹਿੰਦੀ ਬੱਚੇ ਜਨਮਦੇ ਨੇ ਤੇ ਜੰਮਦਿਆਂ ਹੋਇਆਂ ਰੋਂਦੇ ਨੇ ਤੇ ਲੋਕ ਵਧਾਈਆਂ ਦਿੰਦੇ ਨੇ। ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਆ ਜੀ ਇਸ ਗੱਲ ਦਾ। ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ, ਕਹਿੰਦੇ ਨੇ ਬੱਚਾ ਜਨਮਿਆ, ਬੱਚਾ ਰੋਇਆ। ਕਿਸੇ ਨੇ ਪੁੱਛਿਆ, ਕਹਿਣ ਲੱਗੇ ਜਨਮ ਵੇਲੇ ਬੱਚਾ ਰੋਂਦਾ ਕਿਉਂ ਹੈ? ਉਹ ਕਹਿੰਦੇ ਨੇ ਲੋਕ ਆਖਦੇ ਨੇ ਕਿ ਇਹ ਜਨਮ ਦੀ ਪੀੜਾ ਹੈ, ਜਨਮ ਭਾਵ ਪ੍ਰਸੂਤ ਦੀ ਪੀੜਾ। ਪਰ ਅੱਜ ਕੱਲ ਤੇ ਉਹ ਵੀ ਨਹੀਂ ਆ ਜੀ।
अजकल तो ऑपरेशन करते हैं तो बच्चा पीड़ा तो भी मां बच जाती, बच्चा उवें जन्म लै लैंदा। पर बच्चा अज भी जन्म लैके भावें ऑपरेट होके होया होवे वो तां भी रोंदा है। जे ना रोवे तो डॉक्टर फिक्र करते हैं कि रोया क्यों नहीं। भाई गुरदास साहब जी नूं पुछदे ने, भाई गुरदास जी तुसीं दसो बच्चा जन्म वेले क्यों रोंदा, की ये जन्म दी पीड़ा? भाई गुरदास साहब कहंदे नहीं, जन्म दी नहीं पीड़ा, ये जन्मां दी पीड़ा है। सतगुरु महाराज बाणी विच आखदे आ ना, लिव छुटकी लगी तृष्णा माया अमर वरताया। महाराज कहंदे पहलों लिव जुड़ी हुई सी, पता सी कि मैं परमात्मा दे नाल लिव जोड़ी, मैं बहुत जन्म विछरे थे माधो, मैं बड़े जन्मां तो विछड़ के आया सी। बानी ये गल आखदी है कि कई जन्म पए कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर वृक्ष जोयो, मिल जगदीश मिलन की बरिया, चिरंकाल ए देह संजरिया। सतगुरु सच्चे पातशाह महाराज कहंदे ये देह बड़े चिरां तो सिरजी जा रही, बड़े चिरां तो बनदी आ रही है। पर यह पता किदों हुंदा है? जदों बच्चा लिव दे विच है, जदों मां दी कुख दे विच है, उन्होंने पता है कि मेरी लिव जुड़ी है। ते जदों वो जन्म लैंदा है रोंदा इस करके पता नहीं फिर ये पीड़ा जिहड़ी है इसने मैनू परमात्मा दे नालों तोड़ दिता। जिहड़ी लिव कुख दे विच जुड़ी सी पता नहीं अगे जाके जुड़ सकेगी कि नहीं जुड़ेगी। सतगुरु सच्चे पातशाह महाराज नूं दौलतां ने आख्या, कहन लगी जिहड़ा बच्चा जन्मिया वो रोया, वो हर बच्चे नूं मैं रोंदिया तकिया। जिहड़ा जन्म लैंदा सी लड़की जन्मी, लड़का जन्मिया, जिहड़े बच्चे ने जन्मना उन्हें रो पैना, आ तेरा पुत्र तेरे घर दे विच पैदा होया, मैं इहनूं देखिया, ये मैनू देख के मुस्कुराया। ये इवें मुस्कुराउंदा पिया सी जिवें कोई सियाणा बंदा मुस्कुराउंदा होवे। उन्हें कहा मैनू तेरियां रमजां नहीं समझ आउंदियां, तू पता नहीं की आ तेरी झोली दे विच दौलत पावां। उन्हें कहा नहीं मैं रज गई, मैनू हुण कुछ देण दी लोड़ भी नहीं आ। दाई दौलतां गई घर दे विचों। 13वें दिन पंडित हरदयाल आउंदा है। पंडित हरदयाल जदों मਹਿਤਾ कालू सद्दा भेजदा है, उन्हां नूं बुलाया जांदा है। जन्म पत्री जिहड़ी सी ओह लिखी गई और इत्थों तक कि जिहड़ी असीं जन्म साखी भाई बाले दी पढ़दे आ, उस जन्म साखी दे विच जिहड़ी सी ओह आधार बनाया गया है गुरु नानक देव दी जन्म पत्री दा। उहदे विच कवि संतोख सिंह लिखदे ने कि भाई बाला जिहड़े ने वो गुरु अंगद देव जी दे दर्शन करन वास्ते आए। गुरु अंगद देव महाराज कहंदे ने मैं गुरु नानक नूं तकरीबन 7 साल तकिया है। 1532 दे विच जांदे ने भाई लहना ते 1539 जिहड़ा सी गुरु नानक लहने नूं अंगद बना के ज्योति जोत समाउंदे ने। 7 साल गुरु अंगद देव महाराज गुरु नानक दी शरण विच रहे ते जिद्दन भाई बाला खडूर दर्शन करने वास्ते आए, गुरु अंगद देव महाराज कहते हैं कि धन गुरु नानक ने उदासियां कीतियां, उन्हां दा बचपन किवें बीतिया, उन्हां दी जवानी सुल्तानपुर लोधी। देखो 3 शहर ने जिन्हां दा खास महत्व है। एक वो जिथे गुरु नानक देव महाराज जी दा बचपन बीतिया है, रायपुर दी तलवंडी। दूसरा सतगुरु गुरु नानक देव महाराज पातशाह जी दी जवानी सुल्तानपुर लोधी। तीसरा सतगुरु गुरु नानक देव महाराज जी का अखीरला समा जिहड़ा 18 साल गुरु नानक देव महाराज जी ने करतारपुर साहिब की धरती ते बतीत कीते, वो अखीरला समा। ये 3 शहर ने, रायपुर दी तलवंडी ननकाना साहिब, दूसरा सुल्तानपुर लोधी, तीसरा पाकिस्तान दे विच जिहड़ा करतारपुर है। और यह भी हकीकत है कि 2 स्थान अज साडे कोल नहीं ने, पर गुरु नानक देव महाराज ने जिथे बहुता समा बतीत किया, सुल्तानपुर लोधी दी वो धरती जिथे गुरु नानक देव जी ने बानी का उचारण सब तो पहलों किया, मूल मंत्र उचारिया। गुरु नानक देव महाराज जी का गृहस्थ जिहड़ा है वो भी सुल्तानपुर लोधी विच शुरू होया। गुरु नानक देव सच्चे पातशाह ने जेकर किरत कीती है, मोदी दी दुकान किरत कीती, सतगुरु महाराज मोदी खाना चलाया, वो भी सुल्तानपुर लोधी दे विच चलाया। ते जेकर सतगुरु महाराज पहली उदासी ते निकले, वो भी सुल्तानपुर लोधी तो सतगुरु महाराज ने उदासी शुरू की। 3 मुख स्थान ने। सतगुरु गुरु नानक देव महाराज सच्चे पातशाह उन्होंने जिस वेले भाई बाला जिहड़े ने
ਉਹ ਇਸ ਜਨਮ ਪੱਤਰੀ ਦਾ ਜਿਹੜਾ ਸੀ ਆਧਾਰ ਬਣਾ ਕੇ ਸਤਿਗੁਰੂ ਮਹਾਰਾਜ ਜੀ ਦਾ ਇਹ ਨਾਨਕ ਪ੍ਰਕਾਸ਼ ਲਿਖਿਆ ਗਿਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ 13 ਦਿਨਾਂ ਦੇ ਹੋਏ ਪੰਡਤ ਹਰਦਿਆਲ ਆਇਆ। ਮਹਿਤਾ ਕਾਲੂ ਕਹਿੰਦੇ ਨੇ ਕਿ ਬਾਲਕ ਦਾ ਨਾਮ ਕੀ ਰੱਖਣਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਰੱਖਿਆ ਜਾਣਾ ਹੈ। ਜਿਹੜਾ ਪੰਡਤ ਹਰਦਿਆਲ ਹੈ ਉਹਨੇ ਕਿਹਾ ਕਿ ਇਹਨਾਂ ਦਾ ਨਾਮ ਜਿਹੜਾ ਹੈ ਉਹ ਨਾਨਕ ਰੱਖਣਾ ਹੈ। ਹਾਲਾਂਕਿ ਪਹਿਲੋਂ ਭੈਣ ਦਾ ਨਾਮ 5 ਸਾਲ ਵੱਡੇ ਨੇ ਬੇਬੇ ਨਾਨਕੀ ਜੀ, ਤੇ 5 ਸਾਲ ਵੱਡੇ ਭੈਣ ਦਾ ਨਾਮ ਨਾਨਕੀ ਹੈ। ਪਰ ਜਿਸ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਨਾਨਕ ਰੱਖਦੇ ਪਏ ਨੇ ਤੇ ਮਹਿਤਾ ਕਾਲੂ ਕਹਿੰਦੇ ਨੇ ਨਹੀਂ, ਨਾਨਕ ਨਾਮ ਨਹੀਂ ਰੱਖਣਾ। ਤੇ ਪੰਡਤ ਜੀ ਕਹਿੰਦੇ ਕਿਉਂ? ਕਹਿੰਦੇ ਨੇ ਨਾਨਕ ਨਾਮ ਦੇ ਵਿੱਚੋਂ ਪਤਾ ਹੀ ਨਹੀਂ ਲੱਗਦਾ ਕਿ ਹਿੰਦੂਆਂ ਦਾ ਨਾਮ ਹੈ ਕਿ ਇਹ ਮੁਸਲਮਾਨਾਂ ਦਾ ਨਾਮ। ਸਿੱਖ ਤੇ ਪਹਿਲੋਂ ਨਹੀਂ ਨਾ ਕੋਈ ਵੀ, ਇਹ ਹਿੰਦੂਆਂ ਚੋਂ ਨਹੀਂ ਲੱਗਦਾ, ਇਹ ਮੁਸਲਮਾਨਾਂ ਦੇ ਵਿੱਚੋਂ ਨਾਮ ਵੀ ਨਹੀਂ ਲੱਗਦਾ। ਹੁਣ ਕਹਿੰਦੇ ਮੇਰਾ ਨਾਮ ਦੇਖੋ ਮਹਿਤਾ ਕਾਲੂ ਹੈ, ਮੇਰੇ ਭਰਾ ਦਾ ਨਾਮ ਲਾਲੂ ਹੈ, ਪਿਤਾ ਦਾ ਨਾਮ ਸ਼ਿਵਰਾਮ ਹੈ, ਮੇਰੇ ਦਾਦੇ ਦਾ ਨਾਮ ਰਾਮ ਨਾਰਾਇਣ ਹੈ। ਪਤਾ ਲੱਗਦਾ ਹੈ ਕਿ ਹਿੰਦੂਆਂ ਦੀ ਕੁੱਲ ਹੈ। ਤੁਸੀਂ ਨਾਨਕ ਨਾਮ ਰੱਖੋਗੇ ਤੇ ਕਿਵੇਂ ਪਤਾ ਲੱਗੇਗਾ ਕਿ ਬੇਦੀਆਂ ਦੀ ਕੁੱਲ ਦੇ ਵਿੱਚ ਜੰਮਿਆ ਬਾਲਕ ਹੈ। ਜਿਹੜਾ ਪੰਡਤ ਹੈ ਹਰਦਿਆਲ ਪੰਡਤ ਆਖ ਕਹਿਣ ਲੱਗੇ ਇਹ ਜਿਹੜਾ ਤੇਰੇ ਘਰ ਦੇ ਵਿੱਚ ਬਾਲਕ ਜਨਮਿਆ, ਸੱਚ ਕਰਕੇ ਜਾਣਿਓ ਮਹਿਤਾ ਕਾਲੂ, ਇਹ ਨਾ ਹਿੰਦੂ ਹੈ ਤੇ ਨਾ ਇਹ ਮੁਸਲਮਾਨ ਹੈ। ਇਹਦੇ ਸਿਤਾਰੇ ਦੱਸਦੇ ਪਏ ਨੇ ਕਿ ਇਹ ਕੁਝ ਵੱਖਰਾ ਸੰਸਾਰ ਦੇ ਵਿੱਚ ਕਰਨ ਵਾਸਤੇ ਆਇਆ। ਇਹਦੇ ਵਰਗੇ ਸਿਤਾਰੇ, ਇਹਦੇ ਵਰਗੇ ਲੱਛਣ, ਇਹਦੇ ਵਰਗਾ ਚਿਹਰਾ ਮੋਹਰਾ ਮੈਂ ਅੱਜ ਤੱਕ ਸ਼ਾਸਤਰਾਂ ਦੇ ਵਿੱਚ ਵੀ ਨਹੀਂ ਪੜਿਆ ਜੋ ਇਹ ਸੰਸਾਰ ਤੇ ਕਰਕੇ ਜਾਵੇਗਾ। ਇਵੇਂ ਲੱਗਦਾ ਜਿਵੇਂ ਦਾਈ ਦੌਲਤਾਂ ਨੇ ਦੱਸਿਆ ਕਿ ਹੱਸਦਾ ਹੋਇਆ ਇਹ ਸੰਸਾਰ ਦੇ ਵਿੱਚ ਆਇਆ। ਇਹ ਤੇ ਜਗਤ ਨੂੰ ਰੋਂਦਿਆਂ ਨੂੰ ਹਟਾਉਣ ਵਾਸਤੇ ਆਇਆ, ਜਗਤ ਨੂੰ ਖੁਸ਼ੀਆਂ ਦੇਣ ਵਾਸਤੇ ਆਇਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਨਾਨਕ ਰੱਖਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਦੇ ਜਿਹੜੇ ਕੌਤਕ ਨੇ ਬਹੁਤ ਹੀ ਪਿਆਰ ਵਾਲੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾ ਉਹਨਾਂ ਨੇ ਜਦੋਂ ਤੁਰਨਾ ਸ਼ੁਰੂ ਕੀਤਾ, ਘਰ ਦੇ ਵਿੱਚੋਂ ਕੋਈ ਵੀ ਭਾਂਡਾ ਚੁੱਕ ਕੇ ਲੈ ਕੇ ਜਾਣਾ ਨਾ ਜਦੋਂ ਬਾਹਰ, ਤੇ ਉਹਨਾਂ ਨੇ ਬਾਹਰ ਉੱਥੇ ਕਿ ਜਾ ਕੇ ਸੁੱਟਣਾ ਜਿੱਥੇ ਇੱਕ ਗਰੀਬ ਲੋਕ ਰਹਿੰਦੇ ਨੇ। ਔਰ ਬਾਣੀ ਪੜ੍ਹ ਕੇ ਦੇਖੋ, ਸਤਿਗੁਰੂ ਮਹਾਰਾਜ ਬਾਣੀ ਦੇ ਵਿੱਚ ਆਖਦੇ ਨੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਤ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਲੋਕ ਨੀਚ ਕਹਿ ਕੇ ਪੁਕਾਰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਨੂੰ ਭਾਈ ਕਹਿ ਕੇ ਪੁਕਾਰਿਆ। ਮਰਾਸੀ ਮਿਰਾਸ ਕਰਨ ਵਾਲੇ, ਮਰਾਸੀ ਦੇ ਵੈਸੇ ਵਿਦਵਾਨ ਅਰਥ ਲਿਖਦੇ ਨੇ ਕਿ ਜਿਹੜਾ ਕਿਸੇ ਖਾਨਦਾਨ ਦਾ ਕੁਰਸੀਨਾਮਾ ਯਾਦ ਰੱਖਦੇ ਸੀ ਕਿ ਖਾਨਦਾਨ ਚ ਕੌਣ ਕੌਣ ਹੋਇਆ, ਕਿਦੋਂ ਜਨਮਿਆ, ਕਿਦੋਂ ਮਰਿਆ, ਜ਼ੁਬਾਨੀ ਯਾਦ ਰੱਖਣਾ, ਉਹਨੂੰ ਮਿਰਾਸੀ ਆਖਦੇ ਸੀ। ਮੁਸਲਮਾਨਾਂ ਦੇ ਵਿੱਚ ਮਿਰਾਸੀ ਯਾਦ ਰੱਖਦੇ ਸੀ ਤੇ ਹਿੰਦੂਆਂ ਦੇ ਵਿੱਚ ਜਿਹੜੇ ਸੀ ਉਹ ਭੱਟ ਯਾਦ ਰੱਖਦੇ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਲੋਕ ਮਰਾਸੀਆਂ ਨੂੰ ਫਿਰ ਨੀਵੀਂ ਜਾਤ ਦਾ ਆਖਦੇ ਸੀ। ਹਾਲਾਂਕਿ ਭਾਈ ਮਰਦਾਨਾ ਸਾਹਿਬ ਜਿਹੜੇ ਨੇ ਉਹਨਾਂ ਦੀ ਕੁੱਲ ਜਿਹੜੀ ਹੈ ਉਹ ਹਜ਼ਰਤ ਮੁਹੰਮਦ ਸਾਹਿਬ ਜਿਨ੍ਹਾਂ ਨੇ ਇਸਲਾਮ ਧਰਮ ਦੇ ਬਾਨੀ ਨੇ, ਉਹਨਾਂ ਦੀ ਕੁੱਲ ਦੇ ਨਾਲ ਜਾ ਕੇ ਇਹਨਾਂ ਦਾ ਮੇਲ ਜਾ ਕੇ ਹੁੰਦਾ ਹੈ, ਉਹਨਾਂ ਦੀ ਕੁੱਲ ਦੇ ਵਿੱਚੋਂ ਨੇ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਸਨ ਜਿਨ੍ਹਾਂ ਨੇ ਨੀਵਿਆਂ, ਨਿਮਾਣਿਆਂ, ਨਿਤਾਣਿਆਂ ਨੂੰ ਭਾਈ ਕਹਿ ਕੇ ਪੁਕਾਰਿਆ। ਇਤਿਹਾਸ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਭਾਈ ਮਰਦਾਨਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ 10 ਸਾਲ ਵੱਡੇ ਨੇ, 10 ਸਾਲ ਉਮਰ ਕਰਕੇ ਵੱਡੇ ਨੇ। ਗੁਰੂ ਨਾਨਕ ਦੇਵ ਮਹਾਰਾਜ 11 ਸਾਲ ਦੇ ਸੀ ਤੇ ਭਾਈ ਮਰਦਾਨਾ 21 ਸਾਲ ਦੇ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਖੇਤਾਂ ਦੇ ਵਿੱਚ ਬੈਠੇ ਨੇ ਤੇ ਕੰਨ ਦੇ ਵਿੱਚ ਰਬਾਬ ਵੱਜਣ ਦੀ ਆਵਾਜ਼ ਪਈ। ਗੁਰੂ ਨਾਨਕ ਦੇਵ ਮਹਾਰਾਜ ਉੱਠ ਕੇ ਗਏ, ਦੇਖਿਆ ਭਾਈ ਮਰਦਾਨਾ ਰਬਾਬ ਬੜੀ ਵਧੀਆ ਵਜਾਉਂਦੇ ਪਏ ਸੀ। ਗੁਰੂ ਨਾਨਕ ਦੇਵ ਮਹਾਰਾਜ ਪੁੱਛਦੇ ਨੇ ਕਿ ਮਰਦਾਨਿਆਂ ਨਾਮ ਦਾਨਾ ਸੀ, ਪਹਿਲਾਂ ਮਰ ਜਾਣਾ ਵੀ ਕਿਹਾ, ਫਿਰ ਦਾਨਾ ਵੀ ਕਿਹਾ। ਫਿਰ ਸਤਿਗੁਰੂ ਮਹਾਰਾਜ ਨੇ ਕਿਹਾ ਨਹੀਂ, ਜਿਹਨੇ ਮਰਨਾ ਨਹੀਂ ਤੂੰ ਉਹ ਸਿਆਣਾ ਹੈ, ਤੂੰ ਉਹ ਦਾਨਾ ਹੈ, ਤੂੰ ਮਰਦਾਨਾ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਰਬਾਬ ਭਲੀ ਵਜਾਏਂਦਾ ਏ, ਕੀ ਇਸ ਰਬਾਬ ਨੂੰ ਤੂੰ ਮੇਰੇ ਨਾਲ ਵਜਾਏਂਗਾ? ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਨੇ ਪੁੱਛਿਆ ਸੀ, ਕਹਿੰਦੇ ਤੁਹਾਡੇ ਨਾਲ ਰਬਾਬ ਵਜਾਉਣ ਦਾ ਕੀ ਲਾਭ? ਕਹਿੰਦੇ ਮੈਂ ਸ਼ਬਦ ਗਾਵਾਂਗਾ,
तू रबाब वजाई, असी दोनों मिल के उस रब की उस्तत करांगे। कहंदे उंदा की लाभ किसे संसारी दी वडियाई करिए, उंदी वडियाई कीतियां धन मिलता है, पदार्थ मिलते ने जिन्हां नाल परिवार का गुजारा चलता है। सतगुरु गुरु नानक देव महाराज कहंदे जे निरंकार की वडियाई करेगा उंदे नाल तेरा दीन ते दुनी दोनों ही सवर जाणगे। सतगुरु गुरु नानक देव महाराज दे बड़े प्यारे रिश्ते सी। इतिहास ये गल लिखते ने कि गुरु नानक देव महाराज नूं जदों गोपाल पांदे दे कोल सतगुरु महाराज नूं पढ़न वास्ते पाया गया, गुरु नानक देव महाराज पहले दिन गए। भाई संतोख सिंह जी लिखते ने कि मात तृप्ता ने बहुत सोहना जिहड़ा सी उन्हां नूं कुर्ता ते पजामी पाई गई, सिर दे उपर बहुत सोहनी छोटी जी दस्तार सजाई जाती आ। गुरु नानक देव महाराज ते मेहता कालू जी थाली दे विच शक्कर पाई, गोपाल पांदे दे कोल गए। उन्होंने जा करके जो शक्कर फड़ाई तो उनके हाथ में थाल डिगदा है, वो थाल जिहड़ा सी वो धरती ते डिग्या। बच्चे जिहड़े सी उन्होंने उठ करके शक्कर थल्ले डिगी नूं हत्थां नाल फड़ के खाधा ते गोपाल पांदे ने सुभावक ये गल कह दित्ती सी, कहन लगे कि मेहता कालू जी इवें लगदा है कि तुहाडा पुत्तर जगत नूं मिठास वंडण वास्ते आया है। गुरु नानक देव महाराज सच्चे पातशाह नूं पहले दिन गोपाल पांदे ने पढ़ाया। उन्हें सतगुरु महाराज नूं जो अखर लिख के दिते महाराज ने झट याद करके सुना दिते। दूसरे दिन पढ़ाया महाराज ने वो भी झट सुना दिता। तीसरे दिन जो पढ़ाया महाराज चुप कर गए, कुछ ना सुनाया। उन्हें बार बार पूछया, कहंदे तुसी बोलदे क्यों नहीं, तुसी अगों ये लैसन सबक याद करके क्यों नहीं सुनाउंदे। गुरु नानक देव महाराज कहंदे मैं इस करके नहीं सुनाउंदा पिया कि अजे तक तुसी ओ लेखा नहीं सानू पढ़ाया जिस लेखे दे नाल ये जन्म ते मरण दे लेखे मुकदे ने। सतगुरु महाराज पातशाह कहंदे बाबा यह लेखा लिख जान, ਇਹੋ ਜਿਹਾ ਲੇਖਾ ਲਿਖਣਾ ਆ ਜਾਏ ਕਿ ਜਿਹਨੂੰ ਲਿਖਿਆ ਹੋਇਆ ਸਤਿਗੁਰ ਮਹਾਰਾਜ ਕਹਿੰਦੇ ਨੇ ਜਨਮ ਤੇ ਮਰਨ ਦੇ ਗੇੜ ਮੁੱਕਦੇ ਨੇ। ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਗੋਪਾਲ ਪਾਂਦੇ ਤੋਂ ਪੜ੍ਹੇ, ਬ੍ਰਿਜਨਾਥ ਤੋਂ ਪੜ੍ਹੇ, ਕਾਜੀ ਕੁਤਬਦੀਨ ਤੋਂ ਪੜ੍ਹੇ। ਇੱਕ ਬਹੁਤ ਹੀ ਖਾਸ ਘਟਨਾ ਹੈ ਜਿਹਨੂੰ ਕਹਿ ਕੇ ਤੇ ਆਪਾਂ ਤਕਰੀਬਨ ਸਮਾਪਤੀ ਕਰ ਦੇਣੀ ਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ 9 ਸਾਲ ਦੇ ਹੁੰਦੇ ਨੇ। सतगुरु सच्चे पातशाह महाराज नूं हुण जिहड़ी उस वेले दी हिंदू धर्म की रीत सी उनके मुताबिक गुरु नानक देव महाराज नूं जनेऊ पाया जाना सी। हुण देखो अज वर्गे साधन तो नहीं सी ना कि फोन करके दस दो कि घर दे विच आ समागम कर लगे कि पहुँच जाओ। ये हुण बड़े लम्मी तैयारी कीती होएगी। मेहता कालू जी ने सतगुरु गुरु नानक देव महाराज नूं जनेऊ पाउण वास्ते रिश्तेदार इकट्ठे कीते। बहुत सारे परिवारक मैंबर आए, समाज के लोग आए, रायपुर की तलवंडी के लोग चल के आए। गुरु नानक देव सच्चे पातशाह महाराज जिस दिन सतगुरु महाराज नूं जनेऊ पाउणा है, पंडित हरदयाल एक चौकी के उपर आप बैठे ने, दूसरी चौकी गुरु नानक देव महाराज वास्ते रखी गई ते एक चौकी दे विच थाल रखिया होया है ते उहदे विच जनेऊ पिया है, सूत दा जनेऊ। सतगुरु गुरु नानक देव महाराज नूं वड्डी भैन बेबे नानकी जिहड़ी सी ओह हथ फड़ के अपने छोटे भरा नूं उस सभा दे विच लैके आउंदी आ। पंडित हरदयाल जी बैठे ने, गुरु नानक देव महाराज अजे तक चुप ने। ते एक गल सच्ची है कि गुरु नानक देव महाराज जी दे प्रचार दा ढंग यही सी कि जां ते कुछ ऐसा करना कि लोग सवाल करन जां लोकां दे इकट्ठ दे विच सतगुरु महाराज ने सवाल करना कि इसदा उत्तर दिओ ये क्यों करना है। हुण बहुत सारे लोग उत्थे इकट्ठे ने। गुरु नानक देव सच्चे पातशाह महाराज बैठ के, सतगुरु गुरु नानक देव महाराज बैठे ने ते उस वेले पंडित हरदयाल ने जिहड़ा सी जनेऊ फड़िया गुरु नानक देव महाराज जी दे पाउण लगे ने। गुरु नानक देव महाराज ने हथ कीता ते रोक दिता। और ये पहली बारी इस तरह होया कि गुरु नानक देव महाराज जी ने जनेऊ पाउण वाले पुरोहित नूं रोकिया होवे, नहीं ते अज तक किसी दे अंदर हिम्मत ही नहीं सी कि वो किसी पुरोहित दी गल नूं टोक सकन जां रोक सकन। गुरु नानक देव महाराज सच्चे पातशाह केवल 9 साल दे ने ते साडे घरां 'च बच्चे जे कोई सियाणी गल भी कर दवे ना, असीं उहनूं दौका मार के बिठा देने, बह जा तू ज़्यादा सियाणा है,
ਉੱਥੇ ਦੇਖੋ ਕਿੰਨੇ ਲੋਕ ਹੋਣਗੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਾਇਆ ਹੋਵੇਗਾ ਕਿ ਭਈ ਅੱਜ ਪਾ ਲਾ, ਕੱਲ ਨੂੰ ਭਾਵੇਂ ਲਾ ਦਵੀਂ, ਇਹ ਸਾਡਾ ਨੱਕ ਰਹਿ ਜਾਏ, ਸਾਡੀ ਇੱਜ਼ਤ ਰਹਿ ਜਾਏ, ਲੋਕ ਕੀ ਕਹਿਣਗੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਜੀ ਪੰਡਤ ਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਤੁਸੀਂ ਧਾਗਾ ਪਾਉਣ ਲੱਗੇ ਹੋ, ਜਨੇਊ ਪਾਉਣ ਲੱਗੇ ਹੋ, ਇਹ ਪਾਉਣ ਦਾ ਲਾਭ ਕੀ ਹੈ। ਗੁਰੂ ਨਾਨਕ ਦੇਵ ਮਹਾਰਾਜ ਨੂੰ ਪੰਡਤ ਹਰਦਿਆਲ ਕਹਿੰਦਾ, ਨਾਨਕ ਇਹ ਜਨੇਊ ਇਸ ਕਰਕੇ ਪਾਈਦਾ ਹੈ ਕਿਉਂਕਿ ਇਹਦੇ ਨਾਲ ਧਰਮ ਦੇ ਵਿੱਚ ਜਿਹੜਾ ਹੈ ਉਹ ਅਸੀਂ ਪ੍ਰਵੇਸ਼ ਕਰਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਜਿਹੜਾ ਤੁਹਾਡਾ ਜਨੇਊ ਹੈ ਔਰ ਜਿਹੜਾ ਤੁਸੀਂ ਮੇਰੇ ਪਾਉਣ ਲੱਗੇ ਹੋ, ਇਹਦੇ ਵਿੱਚ ਫਰਕ ਕਿਉਂ ਹੈ। ਉਹਨੇ ਕਿਹਾ, ਸਤਿਗੁਰੂ ਮਹਾਰਾਜ ਨੂੰ, ਨਾਨਕ ਜਿਹੜਾ ਪੰਡਤ ਦਾ ਜਨੇਊ ਹੈ ਉਹ ਰੇਸ਼ਮ ਦਾ ਹੈ, ਜਿਹੜਾ ਖੱਤਰੀ ਦਾ ਜਨੇਊ ਹੈ ਉਹ ਸੂਤ ਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਬਚਨ ਵੀ ਕਹੇ, ਕਿਉਂਕਿ ਗੁਰੂ ਨਾਨਕ ਨੂੰ ਸੂਤ ਦਾ ਜਨੇਊ ਪਾਉਣੇ ਤੇ ਮਹਾਰਾਜ ਕਹਿੰਦੇ ਦਇਆ ਕਪਾਹ ਸੰਤੋਖ ਸੂਤ, ਉੱਥੇ ਖੱਤਰੀ ਦੇ ਜਨੇਊ ਦੀ ਗੱਲ ਕੀਤੀ ਗਈ ਹੈ। ਗੁਰੂ ਨਾਨਕ ਦੇਵ ਮਹਾਰਾਜ ਨੂੰ ਪੰਡਤ ਹਰਦਿਆਲ ਆਖਦਾ, ਕਹਿਣ ਲੱਗੇ ਜਿਹੜਾ ਬ੍ਰਾਹਮਣ ਹੈ ਉਹਦਾ ਜਨੇਊ ਰੇਸ਼ਮ ਦਾ ਹੁੰਦਾ ਹੈ, ਜਿਹੜਾ ਖੱਤਰੀ ਹੈ ਉਹਦਾ ਜਨੇਊ ਸੂਤ ਦਾ ਹੈ, ਜਿਹੜਾ ਵੈਸ਼ ਹੈ ਉਹਦਾ ਮੇਢੇ ਦੀ ਜਿਹੜੀ ਉੱਨ ਹੈ ਉਹਦਾ ਬਣਦਾ ਹੈ। ਕਹਿੰਦੇ ਜੀ ਦੂਸਰਾ ਸ਼ੂਦਰ, ਕਹਿੰਦੇ ਜੀ ਸ਼ੂਦਰ ਨੂੰ ਕੋਈ ਹੱਕ ਨਹੀਂ ਜਨੇਊ ਪਾਉਣ ਦਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੁਸੀਂ ਆਖਦੇ ਹੋ ਕਿ ਜਨੇਊ ਪਾ ਕੇ ਧਰਮੀ ਬਣੀਦਾ ਏ, ਤੁਹਾਡੇ ਜਨੇਊ ਨੇ ਤੇ ਪਹਿਲਾਂ ਹੀ ਲੋਕ ਵੰਡ ਦਿੱਤੇ। ਇਹ ਤਿੰਨ ਵੱਖਰੇ ਵੱਖਰੇ ਜਨੇਊ, ਚੌਥੇ ਬੰਦੇ ਨੂੰ ਜਨੇਊ ਪਾ ਨਹੀਂ ਸਕਦੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇੱਕ ਸਵਾਲ ਹੋਰ ਹੈ, ਕਹਿੰਦੇ ਪੁੱਛੋ। ਕਹਿੰਦੇ ਖੱਤਰੀ ਜਨੇਊ ਪਾ ਸਕਦਾ ਹੈ, ਕਹਿੰਦੇ ਹਾਂ। ਕਹਿਣ ਲੱਗੇ ਮੇਰੀ ਵੱਡੀ ਭੈਣ ਬੇਬੇ ਨਾਨਕੀ ਮੇਰੇ ਤੋਂ 5 ਸਾਲ ਵੱਡੀ, ਉਹਨਾਂ ਨੇ ਜਨੇਊ ਕਿਉਂ ਨਹੀਂ ਪਾਇਆ। ਉਹਨਾਂ ਨੇ ਕਿਹਾ ਨਹੀਂ ਜੀ ਔਰਤ ਨਹੀਂ ਪਾ ਸਕਦੀ। ਹਕੀਕਤ ਹੈ ਜੀ ਕਿ ਸ਼ੁਕਰਾਨਾ ਜਿੰਨਾ ਹੋ ਸਕਦਾ ਹੈ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕਰੋ। ਸਮਾਜ ਇਸ ਹਾਲਤ ਤੱਕ ਉਸ ਵੇਲੇ ਡਿੱਗ ਚੁੱਕਿਆ ਸੀ ਕਿ ਵਿਦਵਾਨ ਤੁਲਸੀ ਵਰਗੇ ਜਿਹੜੇ ਸਨ ਉਹ ਇਹ ਗੱਲਾਂ ਲਿਖਦੇ ਨੇ ਕਿ ਢੋਰ ਗਵਾਰ ਸ਼ੂਦਰ ਪਸ਼ ਨਾਰੀ ਜੇ ਸਭ ਤਾੜਨ ਕੇ ਹਿਤਕਾਰੀ। ਕਈ ਇਹ ਲਿਖਦੇ ਪਏ ਸੀ ਕਿ ਔਰਤ ਜਿਹੜੀ ਹੈ ਉਹ ਰੱਬ ਦੀ ਗਲਤੀ ਹੈ। ਰੱਬ ਨੇ ਜਿੱਦਣ ਗਲਤੀ ਕੀਤੀ ਇਨਸਾਨ ਬਣਾਉਂਦਿਆਂ ਬਣਾਉਂਦਿਆਂ ਉਦਣ ਉਹਨੇ ਔਰਤ ਬਣਾ ਦਿੱਤੀ। ਉਹਨੇ ਬਹੁਤ ਕੁਝ ਲਿਖਿਆ। ਵਿਦਵਾਨ ਇਹੋ ਜਿਹੇ ਹਿੰਦੂ ਧਰਮ ਦੇ ਵਿੱਚ ਲੋਕ ਜਨਮੇ ਜਿਨ੍ਹਾਂ ਨੇ ਇਹ ਗੱਲ ਕਹਿ ਦਿੱਤੀ ਕਿ ਜੇਕਰ ਔਰਤ ਨੇ ਮੁਕਤ ਹੋਣਾ ਹੈ ਉਹ ਔਰਤ ਮਰ ਕੇ ਫਿਰ ਬੰਦੇ ਦਾ ਜਨਮ ਲਵੇਗੀ, ਪੁਰਸ਼ ਦਾ ਜਨਮ ਲੈ ਕਰਕੇ ਫਿਰ ਮੁਕਤੀ ਪ੍ਰਾਪਤ ਕਰ ਸਕਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਨਹੀਂ, ਇਵੇਂ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਮਹਾਰਾਜ ਕਹਿੰਦੇ ਜਿੰਦੀ ਕੁੱਖ ਚੋਂ ਭਗਤ ਜਨਮ ਲੈਂਦਾ ਏ, ਜੇਕਰ ਦੇਖੋ ਔਰਤ ਨਹੀਂ ਹੋਏਗੀ ਤੇ ਸੰਤ ਕਿੱਥੋਂ ਪੈਦਾ ਹੋਏਗਾ। ਸਤਿਗੁਰੂ ਮਹਾਰਾਜ ਬਾਣੀ ਵਿੱਚ ਇਹ ਗੱਲ ਆਖਦੇ ਨੇ। ਭਗਤ ਕਬੀਰ ਸਾਹਿਬ ਉਹਨਾਂ ਨੇ ਵੀ ਬੜਾ ਕ੍ਰਾਂਤੀਕਾਰੀ ਬਚਨ ਕਹਿ ਦਿੱਤੇ। ਕਹਿਣ ਲੱਗੇ ਬ੍ਰਾਹਮਣ ਤੂੰ ਲੋਕਾਂ ਨੂੰ ਭਰਮਾ ਸਕਦਾ ਏ ਕਿ ਜਿਹੜਾ ਬ੍ਰਾਹਮਣ ਹੈ ਉਹ ਬ੍ਰਹਮਾ ਦੇ ਮੱਥੇ ਚੋਂ ਪੈਦਾ ਹੋਇਆ। ਜੇਕਰ ਤੂੰ ਮੱਥੇ ਵਿੱਚ ਪੈਦਾ ਹੋਇਆ ਤੇ ਅੱਜ ਇਸਤਰੀ ਦੇ ਰਾਹੀਂ ਕਿਉਂ ਤੇਰਾ ਜਨਮ ਹੁੰਦਾ ਪਿਆ, ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਸੱਚੀ ਮੁੱਚੀ ਬ੍ਰਹਮ ਦਾ ਜਾਇਆ ਹੈ ਤੇ ਤੇਰੇ ਆਉਣ ਦਾ ਰਸਤਾ ਸਮਾਜ ਵਿੱਚ ਸੰਸਾਰ ਵਿੱਚ ਵੱਖਰਾ ਹੋਣਾ ਚਾਹੀਦਾ, ਨਾ ਕਿ ਸਾਡੇ ਸ਼ੂਦਰਾਂ ਵਾਂਗੂ ਤੂੰ ਜਨਮੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਔਰਤ, ਉਹਨਾਂ ਕਹਿੰਦੇ ਜੀ ਔਰਤ ਇਸਤਰੀ ਜਿਹੜੀ ਹੈ ਉਹ ਕਦੀ ਵੀ ਜਨੇਊ ਨਹੀਂ ਪਾ ਸਕਦੀ। ਸਤਿਗੁਰੂ ਮਹਾਰਾਜ ਕਹਿੰਦੇ ਜਨੇਊ ਤਾਂ ਮੈਂ ਪਾਵਾਂਗਾ ਪਰ ਸੱਚ ਕਰਕੇ ਜਾਣੋ ਆ ਜਨੇਊ ਨਹੀਂ ਪਾਉਣਾ। ਜੇ ਜਨੇਊ ਪਾਉਣਾ ਹੈ ਤੇ ਜਿਹੜਾ ਮੈਂ ਕਹਿੰਦਾ ਇਹ ਲੈ ਕੇ ਆਓ ਤੇ ਮੈਂ ਪਾਉਣ ਨੂੰ ਤਿਆਰ ਹਾਂ। ਹੁਣ ਗੁਰੂ ਨਾਨਕ ਦੇਵ ਮਹਾਰਾਜ ਦੇਖੋ, ਮਹਾਰਾਜ ਕਹਿੰਦੇ ਨੇ ਕਿਹੜਾ ਜਨੇਊ ਪੁੱਛਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦਇਆ ਦੀ ਜਿੰਦੀ ਕਪਾਹ ਹੋਵੇ, ਦਇਆ ਕਪਾਹ ਸੰਤੋਖ ਦਾ ਜਿੰਦਾ ਸੂਤ ਬਣਾਇਆ ਗਿਆ ਹੋਵੇ। ਬੰਦੇ ਕੋਲ ਧਨ ਜਿੰਨਾ ਮਰਜ਼ੀ ਇਕੱਠਾ ਕਰ ਲਵੇ, ਜੇਕਰ ਜੀਵਨ ਦੇ ਵਿੱਚ ਸੰਤੋਖ ਨਹੀਂ, ਉਹ ਜਿੰਨਾ ਮਰਜ਼ੀ ਧਨ ਲੈ ਕੇ ਤੁਰਿਆ ਫਿਰੇ। ਸਤਿਗੁਰੂ ਮਹਾਰਾਜ ਕਹਿੰਦੇ ਉਹ ਸੰਤੋਖ ਤੋਂ ਬਿਨਾਂ ਰੱਜ ਨਹੀਂ ਸਕਦਾ। ਬਿਨਾਂ ਸੰਤੋਖ ਨਹੀਂ ਕੋ ਰਾਜੇ। ਮਹਾਰਾਜ ਕਹਿੰਦੇ ਦਇਆ ਜ਼ਰੂਰੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਬਚਨ ਪੜ੍ਹਦੇ ਹਾਂ ਜੀ ਅਸੀਂ ਜਪਜੀ ਸਾਹਿਬ ਦੇ ਅੰਦਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਾਣਦੇ ਨੇ ਕਿ ਜਿਹੜੇ ਮੂਰਖ ਲੋਕ ਹੁੰਦੇ ਆ ਨਾ, ਉਹਨਾਂ ਨਾਲ ਸਿਰ ਉਡਾਉਣ ਦਾ ਲਾਭ ਕੋਈ ਨਹੀਂ। ਮਹਾਰਾਜ ਜੀ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਦੋਂ ਵਿਚਾਰ ਹੁੰਦੀ ਹੈ
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਗੱਲ ਆਖੀ ਜਾਂਦੀ ਹੈ ਕਿ ਇਹ ਜਿਹੜੀ ਧਰਤੀ ਆ ਨਾ, ਤੇ ਇਹ ਧਰਤੀ ਦੇ ਥੱਲੇ ਬਲਦ ਹੈ, ਤੇ ਬਲਦ ਨੇ ਧਰਤੀ ਜਿਹੜੀ ਆਪਣੇ ਸਿੰਘਾਂ ਤੇ ਚੁੱਕੀ ਹੋਈ ਹੈ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਥੱਲੇ ਕੋਈ ਗਊਸ਼ਾਲਾ ਥੋੜੀ ਏ ਕਿ ਜਿੱਥੇ ਬਲਦ ਆ ਗਏ, ਜੇ ਬਲਦ ਹੈ ਤੇ ਗਾਂ ਵੀ ਹੋਵੇਗੀ। ਮਹਾਰਾਜ ਕਹਿੰਦੇ ਇਹ ਦੱਸੋ ਕਿ ਬਲਦ ਦੇ ਥੱਲੇ ਕੀ ਹੈ। ਉਹ ਕਹਿਣ ਵਾਲਾ ਪੰਡਿਤ ਕਹਿੰਦਾ ਜੀ ਬਲਦ ਦੇ ਥੱਲੇ ਧਰਤੀ ਇੱਕ ਹੋ ਰਿਹਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਫਿਰ ਉਹ ਧਰਤੀ ਕਹਿੰਦੇ ਆਸਰਿਤ ਖਲੋਤੀ, ਕਹਿੰਦੇ ਥੱਲੇ ਹੋਰ ਬਲਦ। ਮਹਾਰਾਜ ਕਹਿੰਦੇ ਆ ਬਲਦ ਆ ਕਿ ਧਰਤੀ, ਇਹ ਦੱਸੋ ਕਿ ਅਖੀਰ ਤੇ ਕੀ ਹੈ, ਬਲਦ ਹੈ ਕਿ ਧਰਤੀ ਆ। ਉਹਨੇ ਹੱਥ ਜੋੜ ਕੇ ਆਖੇ ਜੀ ਅਖੀਰ ਤੇ ਧਰਮ ਹੈ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਬਲਦ ਕਿੱਥੋਂ ਲਿਆ ਆਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਲਦ ਤਾਂ ਹੈ, ਪਰ ਇਹ ਜਨਮਿਆ ਪਤਾ ਕਿੱਥੋਂ। ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਧਰਮ ਜਿਹੜਾ ਹੈ ਉਹ ਦਇਆ ਦੇ ਵਿੱਚੋਂ ਪੈਦਾ ਹੁੰਦਾ ਹੈ। ਪੰਡਿਤ ਗੁਲਾਬ ਸਿੰਘ ਜੀ ਲਿਖਦੇ ਨੇ ਦਇਆ ਦਾਨ ਕਰ ਧਰਮ ਵਧੇ ਨਿਤ, ਧਰਮ ਕ੍ਰੋਧ ਸੰਗ ਹੋਤ ਵਿਪੰਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਪੰਜ ਪਿਆਰੇ ਸਾਜਦੇ ਆ। ਛੋਟੀ ਜੀ ਗੱਲ ਕਹਿ ਕੇ ਸਮਾਪਤੀ ਕਰਦੇ ਨਹੀਂ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜ ਪਿਆਰੇ ਸਾਜੇ। ਉੱਥੇ ਕੋਈ ਰਾਮ ਸਿੰਘ ਵੀ ਤਾਂ ਹੋ ਸਕਦਾ ਸੀ, ਉੱਥੇ ਭਾਈ ਬਚਿੱਤਰ ਸਿੰਘ ਵਰਗੇ, ਭਾਈ ਮਨੀ ਸਿੰਘ ਵਰਗੇ, ਬਾਬਾ ਦੀਪ ਸਿੰਘ ਵਰਗੇ ਕਿੰਨੇ ਸਿੰਘ ਸਿੱਖ ਸਨ ਜਿਨ੍ਹਾਂ ਨੇ ਅੰਮ੍ਰਿਤ ਉਸ ਵੇਲੇ ਛਕਿਆ। ਪਰ ਜਿਹੜਾ ਪਹਿਲੋਂ ਆਵਾਜ਼ ਦੇ ਕੇ ਮਹਾਰਾਜ ਦੇ ਸਾਹਮਣੇ ਸੀਸ ਦੇਣ ਵਾਸਤੇ ਖੜਾ ਹੋਇਆ, ਉਹਦਾ ਨਾਮ ਭਾਈ ਦਇਆ ਰਾਮ ਹੈ। ਦਇਆ ਤੋਂ ਬਾਅਦ ਵਿੱਚ ਧਰਮ ਸਿੰਘ ਹੈ। ਸਤਿਗੁਰੂ ਮਹਾਰਾਜ ਨੂੰ ਪਤਾ ਹੈ ਕਿ ਜੇ ਦਇਆ ਹੈ ਤੇ ਧਰਮ ਹੋਵੇਗਾ, ਜੇ ਦਇਆ ਨਹੀਂ ਤੇ ਧਰਮ ਪੈਦਾ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨਸੂਤ। ਤੇ ਉੱਥੇ ਮਹਾਰਾਜ ਕਹਿੰਦੇ ਪਏ ਨੇ ਕਿ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ ਇਹ ਜਿਨਿਉ ਜੀ ਕਾ ਹੈ ਤਾਂ ਪਾਂਡੇ ਕੱਤ। ਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੋਗੀ ਕਹਿੰਦੇ ਨੇ ਕਿ ਜੋਗੀ ਬਣਨਾ ਹੈ, ਤੇ ਮਹਾਰਾਜ ਜ਼ਿਕਰ, ਕਿਉਂਕਿ ਜਪਜੀ ਸਾਹਿਬ ਦੇ ਵਿੱਚ ਤੁਸੀਂ ਬਾਣੀ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ, ਮਹਾਂਪੁਰਖ ਸਤਿਕਾਰਯੋਗ ਬੈਠੇ ਨੇ, ਆਪ ਸੰਗਤ ਸਹਿਜ ਪਾਠ ਕਰਦੇ ਹੋ। ਬਾਣੀ ਪੜ੍ਹਦਿਆਂ ਹੋਇਆਂ ਤੁਸੀਂ ਪੜੋਗੇ ਜੀ ਇੱਕ ਬਾਣੀ ਹੈ ਜੀ ਸਿੱਧ ਗੋਸ਼ਟ ਰਾਮਕਲੀ ਰਾਗ ਦੇ ਵਿੱਚ। ਉਸ ਤੋਂ ਇਲਾਵਾ ਬਹੁਤ ਸਾਰੇ ਸ਼ਬਦ ਨੇ ਰਾਮਕਲੀ ਰਾਗ ਦੇ ਅੰਦਰ ਤੇ ਆਸਾ ਰਾਗ ਦੇ ਅੰਦਰ ਜਿਨ੍ਹਾਂ 'ਚ ਸਿੱਧਾਂ ਨਾਲ ਗੋਸ਼ਟ ਹੋਈ ਆ। ਬਹੁਤ ਸਾਰੇ ਐਸੀਆਂ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਨੇ। ਤਕਰੀਬਨ ਬਹੁਤਾ ਜਪਜੀ ਸਾਹਿਬ ਜਿਹੜਾ ਹੈ ਉਹ ਸਿੱਧਾਂ ਦੇ ਨਾਲ ਵਿਚਾਰ ਚਰਚਾ ਦੇ ਵਿੱਚ ਉਚਾਰਨ ਹੋਇਆ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਆਈ ਪੰਥੀ ਸਗਲ ਜਮਾਤੀ। ਹੁਣ ਸਗਲ ਜਮਾਤੀ ਤੋਂ ਭਾਵ ਸੀ ਕਿ ਇੱਕ ਜੋਗੀਆਂ ਦੇ 12 ਧੜਿਆਂ ਦੇ ਵਿੱਚੋਂ ਇੱਕ ਧੜਾ ਹੈ ਜਿਹਨੂੰ ਕਹਿੰਦੇ ਸੀ ਆਈ। ਇੱਕ ਧੜੇ ਦਾ ਨਾਮ ਪਾਗਲ ਵੀ ਸੀ। ਇਹ 12 ਧੜੇ ਸੀ ਜਿਨ੍ਹਾਂ ਚੋਂ ਜਿਹੜਾ ਸਭ ਤੋਂ ਸ਼੍ਰੇਸ਼ਟ, ਸਭ ਤੋਂ ਸ਼੍ਰੋਮਣੀ ਧੜਾ ਸੀ ਉਹਨੂੰ ਕਹਿੰਦੇ ਸੀ ਆਈ। ਤੇ ਮਹਾਰਾਜ ਕਹਿੰਦੇ ਨੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ। ਮਹਾਰਾਜ ਕਹਿੰਦੇ ਆਈ ਪੰਥ ਦੇ ਸਾਰੇ ਜੋਗੀ ਇਕੱਠੇ ਹੋ ਕਰਕੇ ਮੇਰੇ ਨਾਲ ਗੋਸ਼ਟ ਕਰਨ ਵਾਸਤੇ ਆਏ। ਤੇ ਗੋਸ਼ਟ ਕੀ ਕਰਦੇ ਪਏ ਨੇ? ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੇ ਨੇ ਕਿ ਤੁਸੀਂ ਜੋਗੀ ਬਣ ਜਾਓ। ਤੇ ਮਹਾਰਾਜ ਕਹਿੰਦੇ ਕਿਵੇਂ? ਕਹਿੰਦੇ ਜੀ ਕੰਨਾਂ 'ਚ ਕੱਚ ਦੀਆਂ ਮੁੰਦਰਾਂ, ਸਰੀਰ ਦੇ ਉੱਤੇ ਸਵਾਹ ਮੰਨ ਲੈਣੀ, ਇੱਕ ਬਗਲੀ ਰੱਖ ਲੈਣੀ। ਮਹਾਰਾਜ ਕਹਿੰਦੇ ਐਵੇਂ ਨਹੀਂ ਜੋਗੀ ਬਣਨਾ। ਹੁਣ ਦੇਖੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੇਕਰ ਮੁਸਲਮਾਨ ਨੂੰ ਉਪਦੇਸ਼ ਦਿੰਦੇ ਤੇ ਉੱਥੇ ਵੀ ਮਹਾਰਾਜ ਦਇਆ ਦੀ ਗੱਲ ਕਰਦੇ ਆ। ਜੇ ਮਹਾਰਾਜ ਹਿੰਦੂ ਨੂੰ ਉਪਦੇਸ਼ ਦਿੰਦੇ ਕਹਿੰਦੇ ਦਇਆ ਕਪਾਹ ਸੰਤੋਖ ਸੂਤ। ਹੁਣ ਜੇ ਜੋਗੀ ਨੂੰ ਉਪਦੇਸ਼ ਦਿੰਦੇ ਤੇ ਮਹਾਰਾਜ ਕਹਿੰਦੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਹੁਣ ਦੇਖੋ ਗੁਰਮਤ ਦਾ ਫਲਸਫਾ ਜਿਹੜਾ ਹੈ ਉਹ ਦਇਆ ਤੋਂ ਸ਼ੁਰੂ ਹੁੰਦਾ ਹੈ, ਉਹ ਸੰਤੋਖ ਤੋਂ ਸ਼ੁਰੂ ਹੁੰਦਾ ਹੈ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਜੋਗੀ ਹਰਾਉਣ ਵਾਸਤੇ ਆਏ, ਜਿਨ੍ਹਾਂ ਨੂੰ ਕਾਜੀ ਹਰਾਉਣ ਵਾਸਤੇ ਆਏ, ਜਿਨ੍ਹਾਂ ਨੂੰ ਮੱਕੇ ਦੇ ਵਿੱਚ ਲੱਤਾਂ ਤੱਕ ਵੀ ਮਹਾਰਾਜ ਨੂੰ ਮਾਰੀਆਂ ਜਾਂਦੀਆਂ ਨੇ। ਸਤਿਗੁਰੂ ਮਹਾਰਾਜ ਨੂੰ ਟੰਗੋਂ ਪਕੜ ਘੜੀਸਿਆ, ਮਹਾਰਾਜ ਦੇ ਪੈਰ ਘੜੀਸੇ ਜਾਂਦੇ ਨੇ, ਪਰ ਹਾਰ ਕੇ ਉਹ ਹੱਥ ਜੋੜ ਕੇ ਆਖਦੇ ਆ ਪੁੱਛਣ ਗੱਲ ਇਮਾਨ ਦੀ, ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਮਹਾਰਾਜ ਕਹਿੰਦੇ ਅਮਲ ਚੰਗੇ ਨਹੀਂ, ਕੰਮ ਚੰਗੇ ਨਹੀਂ ਤੇ ਰੋਣਾ ਪੈ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਧਰਮ ਸੀ ਜਿਹਨੂੰ ਮਹਾਰਾਜ ਨੇ ਕਿਸੇ ਦੇ ਵਿੱਚ ਮਿਸ਼ਰਤ ਨਹੀਂ ਹੋਣ ਦਿੱਤਾ। ਮਹਾਰਾਜ ਨੇ ਨਿਰਮਲ ਪੰਥ ਚਲਾਇਆ। ਸਤਿਗੁਰੂ ਮਹਾਰਾਜ ਜੀ ਦੀ ਪ੍ਰਥਮ ਬਾਣੀ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ। ਹਿੰਦੂ ਧਰਮ ਦੇ ਵਿੱਚ ਵੈਦਿਕ ਧਰਮ ਆ, ਬਹੁਤ ਪੁਰਾਣਾ ਧਰਮ, ਤੇ ਇਹਦੇ ਵਿੱਚ ਇੱਕ ਮਾਨਤਾ ਬਣੀ ਆ ਕਿ ਜੀ 3 ਦੇਵਤੇ ਇਸ ਦੀ ਕਾਰ ਚਲਾਉਂਦੇ ਨੇ। ਏਕਾ ਮਾਈ ਜੁਗਤ ਵਿਆਹੀ 3 ਚੇਲੇ ਪ੍ਰਵਾਨ।
ਉਹਦੇ ਵਾਸਤੇ ਇਹਨਾਂ ਨੇ ਸ਼ਬਦ ਵਰਤਿਆ ਓਮ। ਜਦੋਂ ਲਿਖਦੇ ਆ ਤੇ 2 ਅੱਖਰ ਨੇ ਊੜਾ ਤੇ ਮੱਮਾ, ਜਦੋਂ ਬੋਲਦੇ ਆ ਤੇ 3 ਅੱਖਰ ਨੇ ਓਮ, ਐੜਾ ਵਿੱਚੋਂ ਆਵਾਜ਼ ਦੇਗਾ। ਹੁਣ ਇਹ 3 ਅੱਖਰ ਜਿਹੜੇ ਨੇ ਇਹ ਉਤਪਤੀ ਦਾ, ਜਗਤ ਦੇ ਕਾਰਕ ਦਾ, ਚਲਾਉਣ ਦਾ ਤੇ ਜਗਤ ਦੇ ਸੰਘਾਰਕ ਦਾ ਜਿਹੜੇ ਨੇ ਇਹ 3 ਅੱਖਰ ਜਿਹੜੇ ਰੂਪ ਧਾਰਨ ਕਰਦੇ ਨੇ। ਇੱਕ ਬ੍ਰਹਮਾ ਦਾ, ਇੱਕ ਵਿਸ਼ਨੂੰ ਦਾ ਤੇ ਇੱਕ ਸ਼ਿਵ ਜੀ ਦਾ। ਗੁਰੂ ਨਾਨਕ ਦੇਵ ਮਹਾਰਾਜ ਜਿਹੜੀ ਗੱਲ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ ਨਾ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥੇ। ਨਿਰਮਲ ਪੰਥ ਇਸੇ ਕਰਕੇ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਸੇ ਦੂਸਰੇ ਦੇ ਧਰਮ ਦੀ ਮੈਲ ਨਹੀਂ ਲੱਗਣ ਦਿੱਤੀ, ਭਾਵੇਂ ਉਹ ਜੋਗੀ ਸੀ, ਭਾਵੇਂ ਹਿੰਦੂ ਸੀ, ਭਾਵੇਂ ਕਾਜੀ ਸੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਓੰਕਾਰ ਤੇ ਠੀਕ ਹੈ, ਪਰ ਸਤਿਗੁਰੂ ਮਹਾਰਾਜ ਕਹਿੰਦੇ ਇਹ 3 ਨਹੀਂ, ਇਹਨਾਂ ਦੇ ਅੱਗੇ ਏਕਾ ਲਾ ਕੇ ਮਹਾਰਾਜ ਕਹਿੰਦੇ ਉਹ ਇੱਕ ਹੈ। ਤੇ ਉਹਦੀ ਵਿਆਖਿਆ ਮਹਾਰਾਜ ਸੱਚੇ ਪਾਤਸ਼ਾਹ ਆਸਾ ਕੀ ਵਾਰ ਦੀ ਪਹਿਲੀ ਪੌੜੀ ਚ ਕਰ ਦਿੰਦੇ ਨੇ, ਆਪੀ ਨੇ ਆਪ ਸਾਜਿਓ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਦੋਂ ਪੰਡਤ ਹਰਦਿਆਲ ਜਨੇਊ ਪਾਉਣ ਦੀ ਗੱਲ ਕੀਤੀ ਤੇ ਮਹਾਰਾਜ ਕਹਿੰਦੇ ਨੇ ਜਨੇਊ ਤਾਂ ਜ਼ਰੂਰ ਪਾਵਾਂ, ਪਰ ਮਹਾਰਾਜ ਕਹਿੰਦੇ ਇਹ ਦਇਆ ਕਪਾ ਸੰਤੋਖ ਸੂਤ ਜਤ ਗੰਢੀ 7 ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ। ਮਹਾਰਾਜ ਕਹਿੰਦੇ ਨਾ ਇਹ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ, ਧਨ ਸੁਮਾਨ ਸਨਾਨ ਕਾ ਜੋ ਗੱਲ ਚੱਲੇ ਪਏ। ਤੇ ਮਹਾਰਾਜ ਕਹਿੰਦੇ ਆ ਮੇਰੇ ਵਾਲਾ ਸਤਿਗੁਰੂ ਮਹਾਰਾਜ ਕਹਿੰਦੇ ਚੌਂਕੜ ਮੁੱਲ ਅਨਾਇਆ ਬਹਿ ਚੌਂਕੇ ਪਾਇਆ। ਮਹਾਰਾਜ ਕਹਿੰਦੇ 4 ਕੌਡੀਆਂ ਤੂੰ ਕਿਸੇ ਨੂੰ ਦਿੱਤੀਆਂ ਤੇ ਉਹਨੇ ਵੱਟ ਕੇ ਤੈਨੂੰ ਦੇ ਦਿੱਤਾ। ਚੌਂਕੜ ਮੁੱਲ ਅਨਾਇਆ, 4 ਕੌਡੀਆਂ ਦਾ ਖਰੀਦਿਆ, ਬਹਿ ਚੌਂਕੇ ਪਾਇਆ। ਤੇ ਚੌਂਕੇ ਦੇ ਵਿੱਚ ਬਹਿ ਕੇ ਤੂੰ ਪਾ ਕੇ ਕਹਿ ਦਿੱਤਾ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ, ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ। ਮਹਾਰਾਜ ਕਹਿੰਦੇ ਜਨੇਊ ਤੇਰਾ ਉਹ ਸੜ ਗਿਆ ਤੇ ਜਿਹਨੂੰ ਕਹਿਣਾ ਧਰਮੀ ਸੀ ਉਹ ਕੱਲਾ ਹੀ ਚਲੇ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਜੇਕਰ ਸੱਚਮੁੱਚ ਧਰਮੀ ਬਣਨਾ ਹੈ ਤੇ ਮਹਾਰਾਜ ਕਹਿੰਦੇ ਨੇ ਤੇਰੇ ਅਮਲ ਚੰਗੇ ਹੋਵਨ, ਤੇਰੇ ਅੰਦਰ ਦਇਆ ਜ਼ਰੂਰ ਹੋਣੀ ਚਾਹੀਦੀ ਹੈ। ਆ 5 ਪਿਆਰੇ ਜਿਹੜੇ ਨੇ ਇਹ ਪਿਆਰੇ ਇਸ ਕਰਕੇ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ 5 ਗੁਣ ਪਿਆਰੇ ਲੱਗਦੇ ਪਏ ਨੇ। ਮਹਾਰਾਜ ਨੇ ਕਿਹਾ ਇਹ 5 ਸਿੱਖ ਨੇ, ਇਹ 5 ਪਿਆਰੇ ਨੇ, ਇਹ 5 ਖਾਲਸਾ ਹੈ, ਇਨ ਪੰਚਨ ਮੈਂ ਮੇਰੋ ਬਾਸਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਦਇਆ ਜ਼ਰੂਰੀ ਹੈ, ਦਇਆ ਦੇ ਨਾਲ ਧਰਮ ਪੈਦਾ ਹੋਵੇਗਾ ਤੇ ਜਿਸ ਦੇ ਅੰਦਰ ਧਰਮ ਹੋਵੇਗਾ ਉਹ ਆਲਸੀ ਕਦੀ ਨਹੀਂ ਹੋਏਗਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰ ਸਤਿਗੁਰੂ ਕਾਜੋ ਸਿੱਖ ਖਾਏ। ਮਰਿਆਦਾ ਬਣਾ ਦਿੱਤੀ ਨਾ ਸੋ ਭਲਕੇ ਉੱਠ ਹਰ। ਹੁਣ ਭਲਕੇ ਅੰਮ੍ਰਿਤ ਵੇਲੇ ਕੌਣ ਉੱਠੇਗਾ? ਜਿਹੜਾ ਧਰਮੀ ਹੈ, ਜਿੰਦੇ ਚ ਹਿੰਮਤ ਹੈ। ਜਿੰਦੇ ਅੰਦਰ ਹਿੰਮਤ ਨਹੀਂ ਉਹ ਕਦੀ ਵੀ ਅੰਮ੍ਰਿਤ ਵੇਲਾ ਨਹੀਂ ਸੰਭਾਲ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਿੰਦੇ ਅੰਦਰ ਹਿੰਮਤ ਹੈ ਉਹ ਜੁਝਾਰੂ ਜ਼ਰੂਰ ਹੋਏਗਾ, ਮੋਹਕਮ ਜੂਝਣ ਵਾਲਾ। ਤੇ ਜਿਹੜਾ ਜੂਝਣਾ ਜਾਣਦਾ ਹੈ ਭਾਵੇਂ ਉਹ ਕੱਲਾ ਵੀ ਰਹਿ ਜਾਵੇ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਉਹ ਕੱਲਾ ਵੀ ਕਿਸੇ ਦੇ ਅਧੀਨ ਨਹੀਂ ਹੋ ਸਕਦਾ। ਅਸੀਂ 2 ਸਿੱਖਾਂ ਦਾ ਜ਼ਿਕਰ ਕਰਦੇ ਪੜ੍ਹਦੇ ਹਾਂ ਜੀ ਇਤਿਹਾਸ ਦੇ ਵਿੱਚ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ। ਹੁਣ ਦੇਖੋ ਇੱਕ ਪਾਸੇ ਤੇ ਜ਼ਕਰੀਆ ਖਾਨ ਕਹਿੰਦੇ ਸਾਰੇ ਖਤਮ ਹੋ ਗਏ, ਉਹ ਦੋਨਾਂ ਨੇ ਸੁਣਿਆ ਕੋਈ ਹਥਿਆਰ ਨਹੀਂ ਕੋਲ, ਰਵਾਇਤੀ ਕੋਈ ਨਹੀਂ, ਡੰਡੇ ਕੋਲ ਨੇ। ਉਹ ਡੰਡੇ ਲੈ ਕੇ ਜਿਹੜਾ ਸੀ ਉਹ ਨੂਰ ਦੀ ਸਰਾਂ ਦੇ ਬਾਹਰ ਖੜੇ ਹੋ ਗਏ, ਕਹਿੰਦੇ ਜੀ ਖਾਲਸਾ ਰਾਜ ਲਾਗੂ ਹੋ ਗਿਆ ਜੀ, ਖਾਲਸਾ ਰਾਜ ਹੈ। ਹੁਣ ਦੇਖੋ ਰਾਜ ਕਿੰਨਾ ਚਿਰ ਕੀਤਾ ਇਹ ਗੱਲ ਨਹੀਂ, ਇਹ ਲਫ਼ਜ਼ ਮਾਇਨੇ ਨਹੀਂ ਰੱਖਦੇ ਕਿ ਕਿੰਨਾ ਚਿਰ ਕੀਤਾ ਸੀ, ਮਾਇਨੇ ਇਹ ਰੱਖਦੇ ਕਿ ਸਾਡੇ ਚੋਂ ਜਜ਼ਬਾ ਕਦੀ ਨਹੀਂ ਖਤਮ ਹੋਇਆ। ਇਹ ਜਜ਼ਬਾ ਸਤਿਗੁਰੂ ਮਹਾਰਾਜ ਕਹਿੰਦੇ ਕਾਇਮ ਰਹੇਗਾ। ਤੇ ਜਿਸ ਦੇ ਅੰਦਰ ਜਜ਼ਬਾ ਕਾਇਮ ਹੈ ਉਹ ਸਾਹਿਬ ਦੇ ਅਧੀਨ ਹੈ, ਤੇ ਜਿਹੜਾ ਸਾਹਿਬ ਦੇ ਅਧੀਨ ਹੈ ਉਹ ਕਿਸੇ ਦੂਸਰੇ ਦੇ ਅਧੀਨ ਨਹੀਂ ਰਹਿ ਸਕਦਾ। ਸੋ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਰਹਿਮਤ ਕਰਨ ਜੋ ਸਮਾਂ ਪ੍ਰਬੰਧਕ ਸੱਜਣਾ ਵੱਲੋਂ ਦਿੱਤਾ ਗਿਆ ਸੀ ਉਹ ਸੰਪੂਰਨ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਇੱਕ ਬੇਨਤੀ ਜ਼ਰੂਰ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲ ਤੋਂ ਅਸੀਂ ਉੱਪਰ ਪਹੁੰਚ ਚੁੱਕੇ ਹਾਂ। 53ਵਾਂ 550 ਤੋਂ ਉੱਪਰ 553ਵਾਂ ਪ੍ਰਕਾਸ਼ ਪੁਰਬ ਹੈ। ਬੇਨਤੀ ਜ਼ਰੂਰ ਹੈ ਕਿ ਘੱਟ ਤੋਂ ਘੱਟ ਜਪਜੀ ਸਾਹਿਬ ਪੜ੍ਹਨਾ ਜ਼ਰੂਰ ਸ਼ੁਰੂ ਕਰੋ। ਜਿਹੜੇ ਨਹੀਂ ਪੜ੍ਹਦੇ, ਜਿਹੜੇ ਨਿਤਨੇਮ ਵੀ ਨਹੀਂ ਕਰਦੇ, ਘੱਟ ਤੋਂ ਘੱਟ ਜਪਜੀ ਪੜ੍ਹਨੀ ਸ਼ੁਰੂ ਕਰੋ। ਜਿਹੜੇ ਜਪਜੀ ਸਾਹਿਬ ਪੜ੍ਹਦੇ ਨੇ ਉਹ ਕੰਠ ਕਰਨੀ ਜ਼ਰੂਰ ਸ਼ੁਰੂ ਕਰੋ। ਜਿਹੜੇ ਕੰਠ ਕਰ ਚੁੱਕੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹਦੇ ਅਰਥ ਜ਼ਰੂਰ ਪੜ੍ਹੋ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਕਿਹੜੀਆਂ ਦਾਤਾਂ ਦੇ ਕੇ ਨਵਾਜ ਕੇ ਗਏ,
ਗੁਰੂ ਹਰਿ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਸੀ ਕਿਸੇ ਨੇ, ਮਹਾਰਾਜ ਮਨ ਜੁੜ ਜਾਵੇ ਉਹਦੀ ਨਿਸ਼ਾਨੀ ਕੀ ਹੁੰਦੀ ਆ? ਗੁਰੂ ਹਰਿ ਸਾਹਿਬ ਮਹਾਰਾਜ ਕਹਿੰਦੇ ਸੀ, ਮਨ ਲਾਗੇ ਕਿ ਇਹ ਨਿਸ਼ਾਨੀ ਮਿੱਠੀ ਲਾਗੇ ਪ੍ਰੈ ਕੀ ਬਾਣੀ। ਫਿਰ ਬਾਣੀ ਮਿੱਠੀ ਲੱਗਣ ਲੱਗ ਪੈਂਦੀ, ਬਾਣੀ ਨਾਲ ਪਿਆਰ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ, ਸਾਨੂੰ ਬੇਬੇ ਨਾਨਕੀ ਵਾਂਗੂ ਸਿੱਖੀ ਕਮਾਉਣੀ ਆ ਜਾਏ, ਸਾਨੂੰ ਰਾਏ ਬੁਲਾਰ ਵਾਂਗੂ ਸਿੱਖੀ ਕਮਾਉਣ ਦੀ ਜਾਚ ਮਿਲ ਜਾਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨ, ਸਾਡੇ ਹਿਰਦੇ ਪ੍ਰਕਾਸ਼ ਪੁਰਬ ਮਨਾਉਂਦਿਆਂ ਸਾਡੇ ਹਿਰਦਿਆਂ ਵਿੱਚ ਪ੍ਰਕਾਸ਼ ਹੋ ਜਾਏ ਜੀ। ਬੋਲਦਿਆਂ ਹੋਇਆਂ ਬੇਅੰਤ ਭੁੱਲਾਂ ਦੀ ਖਿਮਾ। ਸਮੁੱਚੀ ਸੰਗਤ ਦਾ ਧੰਨਵਾਦ, ਪ੍ਰਬੰਧਕ ਸੱਜਣਾ ਦਾ ਧੰਨਵਾਦ, ਭਾਈ ਸੁਖਵਿੰਦਰ ਸਿੰਘ ਜੀ ਜਵੱਦੀ ਜਿਨ੍ਹਾਂ ਨੇ ਆਪ ਸੰਗਤ ਦੇ ਦਰਸ਼ਨ ਕਰਾਏ, ਬਹੁਤ ਬਹੁਤ ਧੰਨਵਾਦ ਜੀ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।